ਤੁਹਾਡੀ ਸਿਆਸੀ ਲੜਾਈ ਹੈ ਰਾਜਾ ਵੜਿੰਗ ਦੇ ਨਾਲ ਜਾਂ ਨਿੱਜੀ ਦੁਸ਼ਮਣੀ? ਮੇਰਾ ਤਰ੍ਹਾਂ ਦਾ ਫਾਈਨੈਂਸ਼ੀਅਲ ਲਾਸ ਕਰ ਰਹੇ ਸੀ, ਮੈਨੂੰ ਮੈਂਟਲ ਟੈਨਸ਼ਨ ਦੇ ਰਹੇ ਸੀ, ਪਬਲਿਕ ਦੇ ਵਿੱਚ ਮੇਰੀ ਇਮੇਜ ਖਰਾਬ ਕਰ ਰਹੇ। ਇਹ ਹਿਸਟਰੀ 'ਚ ਪਹਿਲੀ ਵਾਰੀ ਹੈ ਸਾਡੇ ਕੱਲਿਆਂ ਦੇ ਪਰਮਿਟ ਕੈਂਸਲ ਕੀਤੇ। ਕਿਉਂ ਕੀਤੇ ਜੀ? ਹੁਣ ਜਾਂ ਤਾਂ ਇਹਨਾਂ ਦੇ ਅੰਦਰ ਕੋਈ ਡਰ ਬੈਠਾ ਹੋਇਆ ਜਿਹੜਾ ਇੰਨਾ ਡਰਦੇ ਇਹੋ ਜਿਹੀ ਕਾਰਵਾਈ ਕਰੀ ਵੀ ਕਿਤੇ ਮੈਂ ਹਾਰ ਨਾ ਜਾਵਾਂ ਹਲਕੇ 'ਚ। ਉਦੋਂ ਹੀ ਬੰਦਾ ਇਹੋ ਜਿਹੀ ਨੱਠ ਭੱਜ ਕਰਦਾ। ਚੰਡੀਗੜ੍ਹ 'ਤੇ ਇਹਨੇ ਕਿਸੇ ਟੇਲਰ ਦੇ ਪੈਸੇ ਦੇਣੇ ਸੀ। ਪਹਿਲਾਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਮੁਕਤਸਰ ਦੇ ਵਿੱਚ, ਉਹ ਅਸੀਂ ਤਾਂ ਨਹੀਂ ਕਰਾਈ ਜੀ। ਜੇ ਮੀਡੀਆ ਚ ਲਾ ਰਹੇ ਉਹਦੇ ਚੁੱਪਚਾਪ ਨਿਬੇੜੇ ਉਹਦੇ, ਫਿਰ ਸਵਾਦ ਜਾਣੀ ਆਉਣਾ ਸੀ ਜੀ, ਚੁੱਪ-ਚਾਪ ਨਿਬੇੜ ਦਿੰਦੇ। ਮੁਕਾਬਲਾ ਕਿਹਦੇ ਨਾਲ? ਜਿਹੜੇ ਹਿਸਾਬ ਨਾਲ ਪੋਜੀਸ਼ਨ ਚੱਲ ਰਹੀ ਹੈ, ਮੈਨੂੰ ਇਹ ਲੱਗਦਾ ਕਾਕਾ ਜੀ ਸਾਡੇ ਮੁਕਾਬਲੇ 'ਚ ਨਹੀਂ ਰਹਿਣੇ। ਜਿੱਥੋਂ ਕੰਮ ਵੱਧਦਾ ਜਾਂਦੇ ਸਾਡਾ ਸ਼ੁਰੂ ਹੋਈ ਤੁਹਾਡੀ ਲੜਾਈ ਹੋਈ, ਇਹ ਸਾਡੇ MP ਇਲੈਕਸ਼ਨ ਦੇ ਵਿੱਚ ਸਾਡੇ ਪਿੰਡ ਗਿਆ ਸੀ। 10, 15, 20% ਸਾਡਾ ਵੀ ਯੋਗਦਾਨ ਹੈਗਾ ਇਹਨੂੰ ਹਰਾਉਣ 'ਚ ਉੱਥੇ ਬਠਿੰਡੇ। ਉਹੀ ਗੱਲ ਹੈ ਨਾ ਵੀ ਆ ਬੈਲ ਮੋਜੇ ਮਾਰ, ਕੀ ਲੋੜ ਪਈ ਸੀ ਸਾਨੂੰ ਛੇੜਨ ਦੀ? ਇਸ ਚੀਜ਼ ਨੂੰ ਲੈ ਕੇ ਕਦੇ ਡਰ ਲੱਗਦਾ ਹੈ ਕਿ ਜੇ ਜਾਂ ਲੋਕ ਕਹਿੰਦੇ ਵੀ ਅਗਲੀ ਵਾਰ ਬਾਈ ਜੀ ਆ ਗਏ ਤਾਂ ਫਿਰ ਹੋਰ ਨੁਕਸਾਨ ਹੋਊਗਾ? ਬਥੇਰੀ ਪਿਓ ਦਾਦੇ ਦੀ ਹੈਗੀ ਜ਼ਮੀਨ ਜੀ, ਉੱਥੇ ਜਾਵਣਾ। ਤੁਸੀਂ ਬਦਲਾ ਲੈਣਾ ਵੜਿੰਗ ਹੋਣਾ ਤਾਂ? ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। 2022 ਦੇ ਚੋਣ ਜਿਵੇਂ ਜਿਵੇਂ ਨੇੜੇ ਆ ਰਹੇ ਨੇ, ਸਿਆਸੀ ਮਾਹੌਲ ਲਗਾਤਾਰ ਭਖ ਰਿਹਾ ਹੈ। ਬੇਸ਼ੱਕ ਠੰਡ ਵੱਧ ਰਹੀ ਹੈ ਪਰ ਸਿਆਸਤ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ ਔਰ ਕਈ ਸੀਟਾਂ ਵਿਧਾਨ ਸਭਾ ਹਲਕੇ ਕਈ ਇਹੋ ਜਿਹੇ ਨੇ ਜਿੱਥੇ ਐਂ ਲੱਗਦਾ ਹੈ ਕਿ ਸਿਆਸੀ ਲੜਾਈ ਨਹੀਂ, ਨਿੱਜੀ ਲੜਾਈ ਚੱਲ ਰਹੀ ਹੈ। ਔਰ ਇਹੋ ਜਿਹੀ ਇੱਕ ਸੀਟ ਹੈ ਗਿੱਦੜਬਾਹਾ। ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਤੋਂ ਵਿਧਾਇਕ ਔਰ ਸਾਹਮਣੇ ਮੌਜੂਦਾ ਉਮੀਦਵਾਰ ਨੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ। ਇੱਕ ਦੂਸਰੇ ਤੇ ਤਿੱਖੀ ਬਿਆਨਬਾਜ਼ੀ ਹੁੰਦੀ ਰਹੀ ਔਰ ਪਿਛਲੇ ਦਿਨੀ ਬੱਸਾਂ ਤੇ ਕਾਰਵਾਈ ਨੂੰ ਲੈ ਕੇ ਵੀ ਲਗਾਤਾਰ ਸਵਾਲ ਡਿੰਪੀ ਢਿੱਲੋਂ ਹੋਣਾ ਵੱਲੋਂ ਵੀ ਚੁੱਕੇ ਜਾਂਦੇ ਰਹੇ ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਡੇ ਨਾਲ ਨੇ। ਗੱਲਬਾਤ ਕਰਾਂਗੇ। ਬਾਈ ਜੀ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ ਵਿਕਰਮ ਜੀ। ਪ੍ਰੋ ਪੰਜਾਬੀ ਦੇ ਜਿੰਨੇ ਵੀ ਦਰਸ਼ਕ ਭਰਾ, ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਪਹਿਲਾਂ ਮੇਰਾ ਇਹੀ ਹੈ ਕਿ ਤੁਹਾਡੀ ਸਿਆਸੀ ਲੜਾਈ ਹੈ ਰਾਜਾ ਵੜਿੰਗ ਦੇ ਨਾਲ ਜਾਂ ਨਿੱਜੀ ਦੁਸ਼ਮਣੀ ਹੈ? ਸਰ ਨਿੱਜੀ ਦੁਸ਼ਮਣੀ ਸਾਡੀ ਕੋਈ ਨਹੀਂ ਜੀ। ਸਾਡਾ ਕਿਹੜਾ ਕੋਈ ਵੱਟ ਦਾ ਰੌਲਾ ਜੀ, ਕੋਈ ਨਿੱਜੀ ਦੁਸ਼ਮਣੀ ਨਹੀਂ। ਸਿਆਸੀ ਲੜਾਈ ਹੀ ਹੈ ਮੇਰੇ ਵੱਲੋਂ ਤਾਂ। ਪਰ ਉਹ ਮੇਰਾ ਵਿਰੋਧੀ ਭਰਾ ਥੋੜ੍ਹਾ ਜਿਹਾ ਸੀਰੀਅਸ ਜ਼ਿਆਦਾ ਲੈ ਜਾਂਦਾ, ਉਹ ਇਸ ਨੂੰ ਨਿੱਜੀ ਬਣਾ ਕੇ ਬਹਿ ਜਾਂਦਾ। ਉਹ ਮੇਰੇ ਵੱਲੋਂ ਕੋਈ ਇਹੋ ਜਿਹੀ ਨਿੱਜੀ ਲੜਾਈ ਨਹੀਂ ਜੀ। ਮੇਰੇ ਵੱਲੋਂ ਤਾਂ ਸਿਆਸੀ ਲੜਾਈ ਆ ਜੀ, ਵੋਟਾਂ ਦੀ ਲੜਾਈ ਆ, ਲੋਕਾਂ ਦੇ ਇੱਕ ਤਰ੍ਹਾਂ ਦੀ ਫੈਸਲੇ ਦੀ ਲੜਾਈ ਆ ਜੀ ਵੀ ਕਿਹਦੇ ਹੱਕ ਦੇ ਵਿੱਚ ਲੋਕ ਇਹ ਆਪਦਾ ਪੱਖ ਰੱਖਦੇ ਆ। ਸੋ ਮਤਲਬ ਕਿ ਸਾਡੀ ਨਿੱਜੀ ਲੜਾਈ ਹੋਣ ਦਾ ਤਾਂ ਮਤਲਬ ਬਣਦਾ ਨਹੀਂ ਨਾ ਜੀ, ਕਿਉਂਕਿ ਜਿਹੜੀ ਚੀਜ਼ ਸਾਡੇ ਹੱਥ 'ਚ ਹੀ ਨਹੀਂ, ਜੇ ਤਾਂ ਕੋਈ ਮੇਰੀ ਚੀਜ਼ 'ਤੇ ਉਹ ਕਬਜ਼ਾ ਕਰਦਾ ਹੋਵੇ ਫਿਰ ਤਾਂ ਹੈ। ਇਹ ਫੈਸਲਾ ਤਾਂ ਲੋਕਾਂ ਨੇ ਕਰਨਾ, ਜਿਹਦੇ ਹੱਕ 'ਚ ਕਰ ਦੇਣਗੇ ਦੂਸਰੇ ਨੂੰ ਮੰਨਣਾ ਪੈਣਾ ਜੀ। ਹਾਂ, ਕਿਉਂਕਿ ਬਿਆਨਬਾਜ਼ੀ ਬਹੁਤ ਤਿੱਖੀ ਹੁੰਦੀ ਹੈ, ਤੁਹਾਡੇ ਵੱਲੋਂ ਵੀ ਹੁੰਦੀ ਹੈ, ਫਿਰ ਰਾਜਾ ਵੜਿੰਗ ਹੋਣਾ ਵੱਲੋਂ, ਫਿਰ ਉਹਨਾਂ ਵੱਲੋਂ ਕੋਈ ਸਟੇਟਮੈਂਟ ਆਉਂਦੀ ਹੈ ਤਾਂ ਤੁਹਾਡੇ ਵੱਲੋਂ ਕੋਈ ਸਟੇਟਮੈਂਟ ਆ ਜਾਂਦੀ ਹੈ, ਸਨੀ ਢਿੱਲੋਂ ਹੋਣਾ ਵੱਲੋਂ ਸਟੇਟਮੈਂਟ ਆ ਜਾਂਦੀ, ਤੁਹਾਡੇ ਛੋਟੇ ਬ੍ਰਦਰ ਨੇ। ਬੱਸਾਂ 'ਤੇ ਕਾਰਵਾਈ ਹੋਈ ਤਾਂ ਤੁਸੀਂ ਵੀ ਲਗਾਤਾਰ ਪ੍ਰੈਸ ਕਾਨਫਰੰਸਾਂ ਚੰਡੀਗੜ੍ਹ ਜਾ ਕੇ ਕਰੀਆਂ, ਤਾਂ ਉਸ ਨੂੰ ਲੈ ਕੇ ਵੀ ਤੁਸੀਂ ਕਹਿ ਰਹੇ ਸੀ ਕਿ ਤਾਂ ਨਿੱਜੀ ਕਿਹੜ ਕੱਢ ਰਹੇ ਨੇ ਰਾਜਾ ਵੜਿੰਗ ਹੋਣੀ ਬੱਸਾਂ 'ਤੇ ਜਿਹੜੀ ਕਾਰਵਾਈ ਕੀਤੀ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਆ ਜੀ। ਉਹ ਮੈਨੂੰ ਆਪਦਾ ਸਪਸ਼ਟੀਕਰਨ ਇਸ ਕਰਕੇ ਦੇਣਾ ਪਿਆ ਕਿਉਂਕਿ ਮੈਨੂੰ ਉਹ ਚੋਰ ਸਾਬਤ ਕਰ ਰਹੇ ਸੀ ਜੀ। ਮੈਨੂੰ ਪੋਲੀਟੀਕਲ ਕੈਰੀਅਰ 'ਤੇ ਮੇਰੇ 'ਤੇ ਧੱਬਾ ਲਗਾ ਰਹੇ ਸੀ, ਮੇਰਾ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਲਾਸ ਕਰ ਰਹੇ ਸੀ, ਮੈਨੂੰ ਮੈਂਟਲ ਟੈਨਸ਼ਨ ਦੇ ਰਹੇ ਸੀ, ਪਬਲਿਕ ਦੇ ਵਿੱਚ ਮੇਰੀ ਇਮੇਜ ਖਰਾਬ ਕਰ ਰਹੇ ਸੀ। ਜਿਸ ਕਰਕੇ ਮੈਨੂੰ ਵਾਰ-ਵਾਰ ਪ੍ਰੈਸ ਕਾਨਫਰੰਸਿਸ ਕਰਕੇ ਮੈਨੂੰ ਇਹ ਦੱਸਣਾ ਪਿਆ ਕਿ ਯਾਰ ਜੋ ਐਕਚੁਅਲ ਫੈਕਟ ਦੇ ਵਿੱਚ ਇਹ ਕਹਿ ਰਹੇ ਆ ਮੰਤਰੀ ਜੀ, ਇਹ ਐਕਚੁਅਲ ਫੈਕਟ ਇਹ ਨਹੀਂ ਗੇ, ਇਹ ਫੈਕਟ ਆ। ਤੁਸੀਂ ਦੇਖੋ ਵੀ ਅੱਜ ਤੱਕ ਹਿਸਟਰੀ ਦੇ ਵਿੱਚ ਕਦੇ ਵੀ ਕਿਸੇ ਪ੍ਰਾਈਵੇਟ ਓਪਰੇਟਰ ਦੇ ਜਿਉਂ ਦੇਸ਼ ਆਜ਼ਾਦ ਹੋਇਆ ਕਦੇ ਕਿਸੇ ਦੇ ਪਰਮਿਟ ਕੈਂਸਲ ਨਹੀਂ ਹੋਏ ਗਵਰਨਮੈਂਟ ਵੱਲੋਂ। ਇਹ ਹਿਸਟਰੀ 'ਚ ਪਹਿਲੀ ਵਾਰੀ ਆ ਸਾਡੇ ਕੱਲਿਆਂ ਦੇ ਪਰਮਿਟ ਕੈਂਸਲ ਕੀਤੇ। ਕਿਉਂ ਕੀਤੇ ਜੀ? ਸਾਡੀ ਐਪਲੀਕੇਸ਼ਨ ਪੈਂਡਿੰਗ ਪਈ ਆ, ਕਹਿੰਦੇ ਜੀ ਤੁਸੀਂ ਟੈਕਸ ਨਹੀਂ ਭਰਿਆ। ਮੈਂ ਕਿਹਾ ਜੀ ਐਪਲੀਕੇਸ਼ਨ ਪੈਂਡਿੰਗ ਪਈ ਆ, ਫੈਸਲਾ ਕਰੋਗੇ ਫੇਰ ਹੀ ਟੈਕਸ ਭਰਾਂਗੇ। ਤੁਹਾਡੇ RTA ਸਾਨੂੰ ਕੋਡ ਨਹੀਂ ਦੇ ਰਹੇ, ਜਿਹੜੇ OTP ਹੁੰਦਾ, ਅਸੀਂ ਟੈਕਸ ਭਰੀਏ ਕਿੱਥੇ? ਹਾਈ ਕੋਰਟ ਮਾਨਯੋਗ ਤੋਂ ਮਨਜ਼ੂਰੀ ਲੈ ਕੇ OTP ਅਸੀਂ ਲਿਆ, ਟੈਕਸ ਭਰਿਆ, ਫਿਰ ਮਾਨਯੋਗ ਹਾਈ ਕੋਰਟ ਤੋਂ ਅਸੀਂ ਪਰਮਿਟ ਰਿਨਿਊ ਕਰਵਾਏ, ਬਹਾਲ ਕਰਵਾਏ, ਸਾਰਾ ਕੁਝ ਥਰੂ ਹਾਈ ਕੋਰਟ ਕੀਤਾ। ਮਤਲਬ ਕਿ ਇੰਨਾ ਕੁ ਜ਼ਿਆਦਾ ਸਾਨੂੰ ਖੱਜਲ ਕੀਤਾ। ਕਹਿੰਦੇ ਜੀ ਤੁਸੀਂ
3 ਕਰੋੜ ਰੁਪਏ ਟੈਕਸ ਹੀ ਖਾ ਕੇ। ਪੁੱਛਣ ਵਾਲਾ ਹੋਵੇ ਵੀ 3 ਕਰੋੜ ਰੁਪਏ ਟੈਕਸ ਖਾਣਾ ਕਿਤੇ ਮਾੜੀ ਮੋਟੀ ਗੱਲ ਆ। ਇਸ ਤਰ੍ਹਾਂ ਦੀਆਂ ਬੇਹੂਦਾ ਐਲੀਗੇਸ਼ਨ, ਸਾਡੇ ਟਾਈਮ ਸਾਰੇ ਚੱਕ ਕੇ ਖਰਾਬ ਕਰਤੇ, ਬੱਸਾਂ ਸਾਡੀਆਂ ਬੰਦ ਕਰਤੀਆਂ, ਫਿਰ ਉੱਥੋਂ ਹਾਈ ਕੋਰਟ 'ਚੋਂ ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਕੋਈ ਸਵਾਦ ਰਿਹਾ ਗੱਲ ਦਾ। ਉਦੋਂ ਬਾਅਦ ਜਾ ਕੇ ਸੁਪਰੀਮ ਕੋਰਟ ਪਾਤੀ, ਮਾਣਯੋਗ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਝਾੜ ਪਾ ਕੇ ਮੋੜਿਆ। ਇਹੋ ਜਿਹੀਆਂ ਹਰਕਤਾਂ ਕੀਤੀਆਂ ਇਹਨਾਂ ਨੇ, ਨਿੱਜੀ ਬਣਾ ਕੇ ਲੜਾਈ ਲੜੀ ਆ। ਤਾਂ ਹੀ ਮੈਂ ਪੁੱਛਿਆ ਤੁਹਾਨੂੰ ਕਿ ਤੁਹਾਡੀ ਸਿਆਸੀ ਲੜਾਈ ਹੈ ਕਿ ਨਿੱਜੀ ਦੁਸ਼ਮਣੀ ਹੈ ਰਾਜਾ ਵੜਿੰਗ ਦੇ ਨਾਲ। ਇਸੇ ਲਈ ਮੈਂ ਪੁੱਛਿਆ ਸੀ। ਤੁਸੀਂ ਲਗਾਤਾਰ ਕਹਿ ਰਹੇ ਸੀ ਕਿ ਮੇਰੇ ਤੇ ਨਿੱਜੀ ਹਮਲੇ ਹੋ ਰਹੇ ਆ, ਮੈਨੂੰ ਮੈਂਟਲੀ ਤੰਗ ਕੀਤਾ ਜਾ ਰਿਹਾ। ਨਹੀਂ ਭਾਈ ਸਾਹਿਬ, ਮੇਰੇ ਵੱਲੋਂ ਕਦੇ ਕੋਈ ਨਿੱਜੀ ਹਮਲਾ ਨਹੀਂ ਹੋਇਆ। ਤੁਸੀਂ ਰਿਕਾਰਡ ਕੱਢ ਲਓ, ਮੈਂ ਜਦੋਂ ਦਾ ਸਿਆਸਤ ਦੇ ਵਿੱਚ ਆਇਆ, ਇੱਕ ਵੀ ਇਹਨਾਂ ਤੇ ਨਿੱਜੀ ਮਤਲਬ ਕਿ ਇਹਨਾਂ ਦੇ ਕਾਰੋਬਾਰ ਤੇ ਜਾਂ ਕੋਈ ਇਹਨਾਂ ਤੇ ਜਾਂ ਇਹਨਾਂ ਦੀ ਫੈਮਿਲੀ ਤੇ ਕਿਸੇ ਤੇ ਕਦੇ ਵੀ ਕੋਈ ਨਿੱਜੀ ਹਮਲਾ ਕੀਤਾ ਹੋਵੇ। ਸ਼ੁਰੂਆਤ ਇਹਨਾਂ ਨੇ ਕੀਤੀ ਆ, ਮੈਂ ਤਾਂ ਸਿਰਫ ਉਹਨੂੰ ਡਿਫੈਂਡ ਕਰ ਰਿਹਾ ਸੀ, ਲੋਕਾਂ ਤਾਈਂ ਆਪਦੀ ਗੱਲ ਰੱਖ ਰਿਹਾ ਸੀ ਵੀ ਇਹੋ ਜਿਹੀ ਗੱਲ ਕੋਈ ਨਹੀਂ ਜਿਸ ਕਰਕੇ ਇਹ ਮੈਨੂੰ ਬਦਨਾਮ ਕਰ ਰਹੇ ਆ। ਔਰ ਉਹੀ ਗੱਲ ਹੋਈ ਜੀ, ਮੈਂ ਬਿਲਕੁਲ ਪਾਕ ਸਾਫ਼ ਹੋ ਕੇ ਦੋਨੇ ਮਾਨਯੋਗ ਅਦਾਲਤਾਂ 'ਚੋਂ ਨਿਕਲਿਆ ਤੇ ਉੱਥੇ ਇਹਨਾਂ ਨੂੰ ਇੱਕ ਤਰ੍ਹਾਂ ਦਾ ਝੂਠਾ ਸਾਬਤ ਕੀਤਾ, ਮਾਨਯੋਗ ਹਾਈ ਕੋਰਟ ਨੇ ਵੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ। ਸੋ ਇਸ ਕਰਕੇ ਸਾਡੀ ਹੈ ਕੋਈ ਨਹੀਂ ਨਿੱਜੀ ਲੜਾਈ। ਹੁਣ ਜਾਂ ਤਾਂ ਇਹਨਾਂ ਦੇ ਅੰਦਰ ਕੋਈ ਡਰ ਬੈਠਾ ਹੋਇਆ ਜਿਹੜਾ ਇੰਨਾ ਡਰਦੇ ਇਹੋ ਜਿਹੀ ਕਾਰਵਾਈ ਕਰੀ ਜਾਂਦੇ ਆ ਵੀ ਕਿਤੇ ਮੈਂ ਹਾਰ ਨਾ ਜਾਵਾਂ ਹਲਕੇ 'ਚੋਂ, ਉਦੋਂ ਹੀ ਬੰਦਾ ਇਹੋ ਜਿਹੀ ਨੱਠ ਭੱਜ ਕਰਦਾ ਜੀ। ਨਹੀਂ ਤਾਂ ਭਾਈ ਸਾਹਿਬ ਜਦੋਂ ਇੰਨੇ ਇਹਨਾਂ ਨੇ ਕੰਮ ਕੀਤੇ ਆ ਹਲਕੇ ਦੇ ਵਿੱਚ, ਕਹਿੰਦੇ ਆ ਵੀ ਮੈਂ ਬੜੀ ਡਿਵੈਲਪਮੈਂਟ ਕੀਤੀ ਆ, ਮੈਂ ਐਂ ਕਰਤਾ, ਫਿਰ ਡਰੀ ਕਾਹਦੇ ਵਾਸਤੇ ਜਾਂਦੇ ਆ ਜੀ? ਕਿਉਂ ਮੇਰੇ ਤੇ ਵਾਅਦੇ ਕਰਦੇ? ਫਿਰ ਇਲੈਕਸ਼ਨ ਲੜੋ ਆ ਕੇ ਮੈਦਾਨ 'ਚ। ਜਦੋਂ ਤੁਸੀਂ ਕੰਮ ਕੀਤੇ ਆ ਸਾਰਿਆਂ ਦੇ, ਲੋਕਾਂ ਨੂੰ ਪਿਆਰ ਵੰਡਿਆ, ਤੇ ਲੋਕ ਤੁਹਾਨੂੰ ਵੋਟ ਪਾਉਣਗੇ ਜੀ। ਫਿਰ ਭੱਜੇ ਕੋ ਫਿਰਦੇ ਹੋ, ਡਰਦੇ ਕਿਉਂ ਹੋ? ਕੋਵਿਡ ਤੁਹਾਨੂੰ ਹੋਇਆ ਵਿਆ, ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਆ, ਕੋਵਿਡ ਹੋਣ ਦੇ ਬਾਵਜੂਦ ਤੁਹਾਡੇ ਤੇ ਇੱਕ ਰਿਸਟ੍ਰਿਕਸ਼ਨਸ ਲੱਗੀਆਂ ਵੀਆਂ ਵੀ ਤੁਸੀਂ ਘੱਟੋ ਘੱਟ 10-15 ਦਿਨ ਤੁਸੀਂ ਕੁਆਰੰਟਾਈਨ ਰਹੋ, ਤੁਸੀਂ ਫਿਰ ਵੀ ਨਹੀਂ ਘਰੇ ਟਿਕ ਰਹੇ। ਜਿਹੜੇ ਬੰਦੇ ਨੇ ਕੰਮ ਕੀਤੇ ਹੋਵੇ ਜੀ, ਉਹ ਤਾਂ ਫਿਰ ਲਾਤੇ ਲੱਤ ਆਪਣਾ ਰੱਖ ਕੇ ਘਰੇ ਬਹਿ ਜਾਂਦਾ, ਲੋਕ ਆਪੇ ਵੋਟਾਂ ਪਾਉਂਦੇ ਆ। ਕੋਵਿਡ 'ਚ ਤੁਸੀਂ ਕਿਉਂ ਭੱਜੇ ਫਿਰਦੇ ਹੋ ਭਾਈ ਸਾਹਿਬ? ਨਹੀਂ, ਮੈਂ ਨਹੀਂ ਧਿਆਨ ਰੱਖਦਾ ਜੀ, ਲੋਕ ਹੀ ਦੱਸਦੇ ਆ ਸਾਨੂੰ। ਔਰ ਮੈਂ ਕਿਹੜਾ ਕੋਈ ਇਹਦੇ ਤੇ ਲੱਗਿਆ ਹੋਇਆ, ਜਿਨ੍ਹਾਂ ਦੇ ਘਰੇ ਜਾਂਦੇ ਆ ਜੀ ਉਹੀ ਦੱਸ ਦਿੰਦੇ ਆ ਵੀ ਅੱਜ ਮੇਰੇ ਕੋਲੇ ਵੜਿੰਗ ਸਾਹਿਬ ਆਏ ਸੀ ਜੀ, ਮੇਰੇ ਤੇ ਦਬਾਅ ਪਾਉਂਦੇ ਸੀ ਜੀ, ਮੈਂ ਤਾਂ ਭਾਈ ਸਾਹਿਬ ਉਹਨਾਂ ਨੂੰ ਐਕਤੀ ਫਿਰ ਮੂੰਹ ਨਹੀਂ ਲਾਇਆ ਜੀ, ਮੈਂ ਤੁਹਾਡੇ ਨਾਲ ਆ। ਸੋ ਸਾਨੂੰ ਐਂ ਪਤਾ ਲੱਗ ਜਾਂਦਾ ਜੀ। ਹਾਂ, ਇਹ ਚੀਜ਼ ਆ ਜੀ। ਮੈਨੂੰ ਇਹ ਦੱਸੋ, ਅਕਾਲੀ ਦਲ ਵੱਲੋਂ ਬੜੇ ਤਿੱਖੇ ਪ੍ਰਤੀਕਰਮ ਆਏ ਜਦੋਂ ਕਾਰਵਾਈ ਤੁਹਾਡੇ ਤੇ ਹੋਈ ਜਾਂ ਹੋਰ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਪਰਚਾ ਦਰਜ ਹੋਇਆ। ਅਕਾਲੀ ਕਹਿੰਦੇ ਕਿ ਸਾਨੂੰ ਆ ਲੈਣ ਦਿਓ, ਗਿਣ ਗਿਣ ਕੇ ਬਦਲੇ ਲਵਾਂਗੇ। ਤੁਸੀਂ ਬਦਲਾ ਲੈਣਾ ਵੜਿੰਗ ਹੋਣਾ ਤੋਂ? ਨਹੀਂ ਭਾਈ ਸਾਹਿਬ, ਮੇਰੀ ਇਹ ਨੀਤੀ ਹੈ ਨਹੀਂ ਜੀ। ਇਹੀ ਚੀਜ਼ ਤਾਂ ਮੈਂ ਦੂਰ ਕਰਨੀ ਆ ਜੀ। ਦੇਖੋ, ਇਹਨਾਂ ਨੇ ਸਾਡੇ ਇਸ ਹਲਕੇ ਦੇ ਵਿੱਚ ਇੰਨੀਆਂ ਕੁ ਦੁਸ਼ਮਣੀਆਂ ਕ੍ਰੀਏਟ ਕਰਤੀਆਂ, ਇੰਨੇ ਕੁ ਪਰਚੇ ਦਰਜ ਕਰਾਏ ਆ, ਇੰਨੇ ਕੁ ਲੋਕਾਂ ਨੂੰ ਔਖੇ ਕੀਤਾ, ਬਦਲੀਆਂ ਕਰਾਈਆਂ। ਜਿਹੜਾ ਕੋਈ ਨੇੜੇ ਤੇੜੇ ਇਹਨਾਂ ਦੇ ਕਹਿਣੇ 'ਚ ਨਹੀਂ ਲੱਗਦਾ, ਉਹਦੇ ਕਿਸੇ ਦੀ ਗੁਰਦਾਸਪੁਰ ਬਦਲੀ, ਕਿਸੇ ਦੀ ਪਠਾਨਕੋਟ, ਕਿਸੇ ਦੀ ਹੁਸ਼ਿਆਰਪੁਰ, ਸਾਰੇ ਚੱਕ ਤੇ। ਇਹ ਚੀਜ਼ਾਂ ਮੈਂ ਖਤਮ ਕਰਨੀਆਂ ਜੀ। ਲੋਕਾਂ ਦੇ ਵਿੱਚ ਜਿਹੜਾ ਇੱਕ ਡਰ ਦਾ ਆਲਮ ਆ ਨਾ ਬੈਠਾ ਹੋਇਆ ਵੀ ਜੇ ਅਸੀਂ ਉਹ ਰਾਜਨੇਤਾ ਨੂੰ ਮਤਲਬ ਕਿ ਇੰਨੀ ਕੁ ਨਫ਼ਰਤ ਕਰਨ ਲੱਗ ਪਏ ਲੋਕ ਵੀ ਜੇ ਤਾਂ ਮੇਰੀ ਕਰਦੇ ਆ ਤਾਂ ਉਹ ਗੁੱਸੇ ਆ, ਜੇ ਉਹਦੀ ਕਰਦੇ ਆ ਤਾਂ ਮੈਂ ਗੁੱਸੇ ਆ। ਪਰ ਮੈਂ ਤੁਹਾਡੇ ਇਸ ਮਾਧਿਅਮ ਜ਼ਰੀਏ ਦੱਸਣਾ ਚਾਹੁੰਦਾ ਵੀ ਮੈਂ ਕੋਈ ਗੁੱਸੇ ਨਹੀਂ, ਮੈਂ ਤਾਂ ਇੱਕ ਪਿਆਰ ਦਾ ਵੀ ਐਕਤੀ ਬੋਝਣਾ ਔਰ ਸਾਰਿਆਂ ਨੂੰ ਪਿਆਰ ਨਾਲ ਰੱਖਣਾ, ਕਿਸੇ ਤੇ ਇਹੋ ਜਿਹੀ ਹਰਕਤ ਨਹੀਂ ਕਰਨੀ। ਔਰ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਲੋਕਾਂ ਨੇ ਫੈਸਲਾ ਕਰਨਾ, ਔਰ ਮੈਨੂੰ ਜੋ ਪਿਆਰ ਸਤਿਕਾਰ ਲੋਕਾਂ ਦਾ ਮਿਲ ਰਿਹਾ ਤੇ ਮੈਨੂੰ 200% ਉਮੀਦ ਆ ਕਿ ਮੈਂ ਬੜੇ ਭਾਰੀ ਬਹੁਮਤ ਨਾਲ ਜਿੱਤੂੰਗਾ। ਔਰ ਮੈਂ ਪਿਆਰ ਹੀ ਜਿੰਨੀ ਵੋਟ ਨਾਲ ਜਿੱਤੂਗਾ ਨਾ ਜੀ, ਉਦੋਂ ਦੁੱਗਣਾ ਕਰਕੇ ਪਿਆਰ ਮੈਂ ਲੋਕਾਂ ਨੂੰ ਵਾਪਸ ਕਰੂੰਗਾ। ਔਰ ਮੈਨੂੰ ਇਹ ਵੀ ਪਤਾ ਵੀ ਉਦੋਂ ਬਾਅਦ ਐਮਐਲਏ ਸਾਹਿਬ ਨੇ ਇੱਥੋਂ ਵਿਖਣਾ ਵੀ ਨਹੀਂ ਕਦੇ, ਕਿਉਂਕਿ ਇਹਨਾਂ ਨੇ ਕਰਮ ਹੀ ਇਹੋ ਜਿਹੇ ਕੀਤੇ ਆ ਜੀ। ਲੋਕਾਂ ਨੇ ਇਹਨੂੰ ਐਕਸੈਪਟ ਹੀ ਨਹੀਂ ਕਰਨਾ, ਜੋ ਮਤਲਬ ਮੇਰਾ ਅਨੁਮਾਨ ਆ। ਇਸ ਮਸਲੇ ਤੇ ਵੀ ਤੁਹਾਡੇ ਹਲਕੇ ਨੂੰ ਲੈ ਕੇ ਪ੍ਰਚਾਰ ਪ੍ਰਸਾਰ ਸਾਰੀਆਂ ਚੀਜ਼ਾਂ ਤੇ ਡਿਸਕਸ ਕਰਾਂਗੇ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਘਟਨਾਕ੍ਰਮ ਹੋਏ, ਬੜੇ ਤਿੱਖੇ ਐਲੀਗੇਸ਼ਨ ਤੁਹਾਡੇ ਤੇ ਲੱਗੇ, ਤੁਹਾਨੂੰ ਹਾਈ ਕੋਰਟ ਜਾਣਾ ਪਿਆ, ਉੱਥੋਂ ਤੁਹਾਡੀਆਂ ਬੱਸਾਂ ਛੁੱਟੀਆਂ, ਔਰ ਤੁਹਾਡੇ ਤੇ ਵੱਡੇ ਐਲੀਗੇਸ਼ਨ ਮਾਫੀਆ ਜਾਂ ਮਾਫੀਆ ਸ਼ਬਦ ਤੁਹਾਡੇ ਨਾਮ ਨਾਲ ਜੋੜ ਦਿੱਤਾ ਗਿਆ। ਕਹਿੰਦੇ ਕਿ ਨਾ ਮਾਫੀਆ ਨੇ ਥੋੜ੍ਹੀਆਂ ਬੱਸਾਂ ਸੀ, 300 ਦੇ ਕਰੀਬ ਬੱਸਾਂ ਬਣਾ ਲਈਆਂ, ਔਰ ਆਪਣੀ ਸਰਕਾਰ ਦੇ ਵਿੱਚ ਕਹਿੰਦੇ ਇਹਨਾਂ ਨੇ ਗੁੰਡਾਗਰਦੀ ਕੀਤੀ, ਸਾਡੀ ਸਰਕਾਰ 'ਚ ਟੈਕਸ ਨਹੀਂ ਭਰਦੇ ਸੀਗੇ। ਔਰ 3.5 ਮਹੀਨੇ ਕਿੰਨੇ ਕੁ ਔਖੇ ਰਹੇ ਹੋ ਤੁਸੀਂ? ਦੇਖੋ, ਤੁਹਾਡਾ ਕਾਰੋਬਾਰ ਤੇ ਕੋਈ
ਅਟੈਕ ਕਰੇ ਉਹ ਵੀ ਬੰਦਾ ਬਰਦਾਸ਼ਤ ਕਰ ਲੈਂਦਾ ਵੀ ਚਲੋ ਕੋਈ ਨਹੀਂ, ਸਰਕਾਰਾਂ ਨੁਕਸਾਨ ਕਰਦੀਆਂ ਜਾਂ ਖਾਸ ਕਰਕੇ ਜਦੋਂ ਇਹੋ ਜਿਹੇ ਮੰਤਰੀ ਹੋਣ। ਉਸ ਗੱਲ ਦੀ ਮੈਨੂੰ ਮਤਲਬ ਕਿ ਘਬਰਾਹਟ ਨਹੀਂ ਸੀ। ਮੈਨੂੰ ਇਹ ਘਬਰਾਹਟ ਸੀ ਕਿ ਦੇਖੋ ਜੀ, ਇੱਕ ਤਾਂ ਚੋਰੀ, ਉੱਪਰ ਸੇ ਸੀਨਾ ਚੋਰੀ, ਵੀ ਇੱਕ ਤਾਂ ਮੇਰਾ ਕਾਰੋਬਾਰ ਬੰਦ ਕਰ ਰਿਹਾ, ਉਲਟਾ ਮੈਨੂੰ ਚੋਰ ਦੱਸ ਰਿਹਾ। ਸਿੰਸ 1992 ਤੋਂ ਸਰਦਾਰ ਬੇਅੰਤ ਸਿੰਘ ਨੇ ਸਪੈਸ਼ਲ ਰੋਡ ਟੈਕਸ ਲਾਤਾ ਸੀ, ਪੈਸੇਂਜਰ ਟੈਕਸ ਨੂੰ ਕੱਟ ਕੇ। ਪਹਿਲਾਂ ਨਾ ਉਹ ਟਿਕਟਾਂ ਤੇ ਟੈਕਸ ਲੱਗਦਾ ਹੁੰਦਾ ਸੀ, ਮਤਲਬ ਕਿ ਜਿਹੜੀ ਕੋਈ ਸਵਾਰੀ ਚੜ੍ਹਦੀ ਸੀ ਨਾ, ਉਹ ਜਿੰਨੇ % ਟੈਕਸ ਹੁੰਦਾ ਸੀ ਉਹ ਲਾ ਕੇ ਤੇ ਅਸੀਂ ਟਿਕਟ ਦਿੰਦੇ ਹੁੰਦੇ ਸੀ। 1992 ਤੋਂ ਪਹਿਲਾਂ ਦੀ ਗੱਲ ਆ। 1992 ਤੇ ਉਹਦੇ 'ਚ ਚੋਰੀ ਬਹੁਤ ਸੀ ਜੀ, ਤੇ ਸਰਦਾਰ ਬੇਅੰਤ ਸਿੰਘ ਨੇ ਕਿਲੋਮੀਟਰਸ ਤੇ ਟੈਕਸ ਕਰਤਾ ਸੀ ਵੀ ਜਿੰਨੇ ਕਿਲੋਮੀਟਰ ਦਾ ਪਰਮਿਟ ਹੋਊ ਉਨੇ ਕਿਲੋਮੀਟਰਾਂ ਦੇ ਹਿਸਾਬ ਨਾਲ ਤੁਸੀਂ ਟੈਕਸ ਜਮ੍ਹਾਂ ਕਰਾਓ ਤੇ ਗੱਲ ਖਤਮ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡਾ ਇੱਕ ਲਾਲ ਪੈਸੇ ਦੇ ਵੀ ਅਸੀਂ ਡਿਫਾਲਟਰ ਨਹੀਂ, ਇੱਕ ਲਾਲ ਪੈਸੇ ਦੇ ਵੀ ਅਸੀਂ ਡਿਫਾਲਟਰ ਹੋਈਏ। ਕਦੇ ਕੋਈ ਟੈਕਸ ਦੇ ਵਿੱਚ ਅਸੀਂ ਮਾਫੀ ਲਈ ਹੋਵੇ? ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਵੀ ਰਿਹਾ, ਕਾਂਗਰਸ ਦਾ ਰਾਜ ਵੀ ਰਿਹਾ, ਕਦੇ ਵੀ ਇੱਕ ਲਾਲ ਪੈਸੇ ਦੀ ਮਾਫੀ ਲਈ ਹੋਵੇ? ਅਪ ਟੂ ਡੇਟ ਅਸੀਂ ਟੈਕਸ ਪੇਈ ਹਾਂ। ਇਹ ਸਿਰਫ ਕੋਵਿਡ ਦੇ ਦੌਰਾਨ ਇਹ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ ਕਿ ਸਾਨੂੰ ਉਹ ਵੀ ਗੌਰਮੈਂਟ ਨੇ ਸਾਨੂੰ ਕਹਿ ਕੇ ਟੈਕਸ ਨਾ ਭਰਨ ਵਾਸਤੇ ਹਦਾਇਤ ਕੀਤੀ ਸੀ ਵੀ ਅਸੀਂ ਮਾਫ ਕਰਾਂਗੇ। ਉਹਨਾਂ ਪੀਰੀਅਡ ਹੀ ਸਾਡਾ ਟੈਕਸ ਡਿਊ ਸੀ। ਤੇ ਅੱਛਾ, ਫਿਰ ਹੋਰ ਦੇਖੋ, ਸਾਡਾ ਭਰਾ ਲਿਆ ਇਹਨੇ, ਬਾਅਦ 'ਚ ਮਾਫ ਕਰਤਾ, ਬਾਅਦ 'ਚੋਂ ਮਾਫ ਵੀ ਕਰਤਾ, ਪਰ ਸਾਡੇ ਨਾਲ ਹੀ ਅੜੀ ਰੱਖਣੀ ਸੀ ਵੀ ਇਹਨਾਂ ਤੋਂ ਭਰਾਵਾਂ, ਤੇ ਹੁਣ ਸਾਨੂੰ ਹਾਈ ਕੋਰਟ 'ਚੋਂ ਫਿਰ ਉਹਦੀ ਰਾਹਤ ਮਿਲ ਜਾਣੀ ਹੈ। ਕੋਈ ਇਹ ਤਾਂ ਹੋ ਨਹੀਂ ਨਾ ਸਕਦਾ ਵੀ ਨਾਲ ਲੱਗਦੀ ਜ਼ਮੀਨ ਨੂੰ ਮੁਆਵਜ਼ਾ ਮਿਲ ਜੇ ਤੇ ਇਹਨੂੰ ਮਿਲੇ ਨਾ। ਚਲੋ ਐਂ ਆ ਵੀ ਸਾਨੂੰ 2 ਮਹੀਨੇ ਠਹਿਰ ਕੇ ਮਿਲ ਜੂਗਾ, ਮਿਲ ਸਾਨੂੰ ਵੀ ਜਾਣਾ। ਇਹੋ ਜਿਹੀਆਂ ਹਰਕਤਾਂ ਇਹਨਾਂ ਨੇ ਕੀਤੀਆਂ, ਸਾਨੂੰ ਤੰਗ ਕਰਕੇ ਭਰਾਇਆ, ਸਾਡੀਆਂ ਬੱਸਸ ਅੰਦਰ ਦੇ ਕੇ ਭਰਾਇਆ, ਤੇ ਉਦੋਂ ਬਾਅਦ ਮਾਫ ਕਰਤਾ। ਚਲੋ ਐਨੀਵੇ, ਸਾਡੇ ਭਰਾ ਸਨੀ ਢਿੱਲੋਂ ਹੋਣਾ ਦਾ ਵੀ ਖਾਸ ਪ੍ਰੇਮ ਹੈ ਰਾਜਾ ਵੜਿੰਗ ਹੋਣਾ ਨਾਲ, ਕਿਉਂਕਿ ਇੱਕ ਟੇਲਰ ਵਾਲੀ ਆਡੀਓ ਵਾਇਰਲ ਹੋਈ ਸੀ ਔਰ ਉਦੋਂ ਬਾਅਦ ਇਹ ਬੈਗ ਚੱਕ ਕੇ ਚਲੇ ਗਏ, ਕਹਿੰਦੇ ਕਿ ਪੈਸੇ ਮੈਂ ਪੇ ਕਰਨੇ ਆ। ਔਰ ਸ਼ੁਰੂਆਤ ਕਿੱਧਰੋਂ, ਮੈਂ ਪਹਿਲੀ ਸ਼ੁਰੂਆਤ ਜਾਣਨੀ ਚਾਹੁੰਦਾ, ਪਹਿਲੀ ਸ਼ੁਰੂਆਤ ਕਿਹਨੇ ਕੀਤੀ ਸੀ? ਤੁਹਾਡੇ ਵੱਲੋਂ ਹੋਈ ਜਾਂ ਉਹਨਾਂ ਵੱਲੋਂ ਕੋਈ ਸ਼ੁਰੂਆਤ ਕੀਤੀ ਗਈ ਸੀ? ਭਾਈ ਸਾਹਿਬ ਐਂ ਸੀ, ਦੇਖੋ ਸਰਕਾਰ ਇਹਨਾਂ ਦੀ ਸੀ, ਅਸੀਂ ਤਾਂ ਕੀ ਸ਼ੁਰੂਆਤ ਕਰਨੀ ਸੀ। ਉਹ ਤਾਂ ਇਹ ਨਾ ਸਭ ਕੋਇਨਸੀਡੈਂਸ ਹੋ ਜਾਂਦੇ ਆ ਜੀ, ਕੁਦਰਤੀ ਹੋ ਜਾਂਦੇ ਆ। ਮਤਲਬ ਕਿ ਕੋਈ ਐ, ਹੁਣ ਦੇਖੋ ਚੰਡੀਗੜ੍ਹ 'ਚ ਇਹਨੇ ਕਿਸੇ ਟੇਲਰ ਦੇ ਪੈਸੇ ਦੇਣੇ ਸੀ, ਪਹਿਲਾਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਮੁਕਤਸਰ ਦੇ ਵਿੱਚ, ਉਹ ਅਸੀਂ ਤਾਂ ਨਹੀਂ ਕਰਾਈ ਜੀ। ਸਾਡਾ ਉਹਦੀ ਦੱਸੋ ਕੀ ਸੀ? ਹੁਣ ਤੂੰ ਉਹਨਾਂ ਤੋਂ ਕੱਪੜੇ, ਆਪਣਾ ਪ੍ਰਿੰਸ ਟੇਲਰ ਆ ਜੀ, ਉਹਨਾਂ ਤੋਂ ਸਵਾਉਣਾ, ਉਹਨਾਂ ਦੇ ਤੁਸੀਂ ਪੈਸੇ ਨਹੀਂ ਦਿੱਤੇ, ਫਿਰ ਉਲਟਾ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ, ਉਹਨਾਂ ਨੂੰ ਮਾੜਾ ਚੰਗਾ ਬੋਲ ਰਹੇ ਹੋ ਪੈਸੇ ਦੇਣ ਦੀ ਬਜਾਏ। ਇੱਕ ਐਸ ਅਹੁਦੇ 'ਤੇ ਜਾ ਕੇ ਤੁਸੀਂ ਇੱਕ ਟੇਲਰ ਨਾਲ ਇਹੋ ਜਿਹੀ ਸ਼ਬਦਾਵਲੀ ਜਿਹਦੇ ਤੁਸੀਂ ਪੈਸੇ ਦੇਣੇ ਆ ਵਰਤ ਰਹੇ ਹੋ, ਫਿਰ ਤੁਸੀਂ ਸਾਨੂੰ ਮਾੜਾ ਕਹਿ ਰਹੇ ਹੋ ਵੀ ਭਾਈ ਤੁਸੀਂ ਮਾੜੇ ਹੋ। ਉਹ ਅਸੀਂ ਤਾਂ ਨਹੀਂ ਵਾਇਰਲ ਕੀਤੀ, ਉਹ ਪਤਾ ਨਹੀਂ ਕਿਵੇਂ ਵੀਡੀਓ ਵਾਇਰਲ ਹੋ ਕੇ ਲੋਕਾਂ ਦੇ ਗਰੁੱਪਾਂ 'ਚ ਆ ਗਈ। ਉਹ ਕੁਦਰਤੀ ਸਣੀ ਕਿਤੇ ਚੰਡੀਗੜ੍ਹ ਗਿਆ ਹੋਇਆ ਸੀ ਜੀ, ਉਸ ਟੇਲਰ ਕੋਲੇ ਕਿਤੇ ਬਾਈ ਚਾਂਸ ਹੀ ਪਹੁੰਚ ਗਿਆ, ਤੁਰਿਆ ਫਿਰਦਾ, ਤੇ ਉੱਥੇ ਕਿਤੇ ਗੱਲ ਚੱਲ ਪਈ ਜੀ। ਉਹ ਕਹਿੰਦਾ ਯਾਰ ਪੈਸੇ ਤਾਂ ਬਾਈ ਮੈਂ ਵੀ ਲੈਣੇ ਆ। ਇਹ ਕਹਿੰਦਾ ਜੀ ਜੇ ਪੈਸੇ ਲੈਣੇ ਮੈਂ ਦੇ ਤਾਂ ਦੇਊਂਗਾ, ਮਤਲਬ ਕਿ ਪ੍ਰਿੰਸ ਟੇਲਰ ਵਾਂਗੂ ਤੁਸੀਂ ਪ੍ਰੈਸਟ ਬੋਲੋਗੇ। ਕਹਿੰਦਾ ਸਾਨੂੰ ਕੀ ਆ ਬਾਈ, ਪੈਸੇ ਦੇ ਅਸੀਂ ਬੋਲ ਪਾਂਗੇ। ਕਿੰਨਾ ਕਿਦਾ ਹਿਸਾਬ ਕਿਤਾਬ ਸੀ? ਉਹ 14-15 ਹਜ਼ਾਰ ਰੁਪਇਆ ਸੀ, ਤੇ ਉਹ ਇਹਨੇ ਪੈਸੇ ਦੇ ਤੇ ਉਹਨੇ ਦੇਖੋ ਤੁਸੀਂ ਵਿਰੋਧੀ ਤੇ ਜੇ ਹੁਣ ਤਾਂ ਤੁਸੀਂ ਵੀ ਨਹੀਂ ਗਏ, ਫਿਰ ਉਧਰੋਂ ਸ਼ੁਰੂਆਤ ਹੁੰਦੀ, ਤੁਸੀਂ ਵੀ ਬਰਾਬਰ ਠੋਕਦੇ ਹੋ। ਨਹੀਂ, ਫਿਰ ਉਹ ਤੇ ਜਦੋਂ ਹੁਣ ਕੋਈ ਅਗਲਾ ਦੇਖੋ, ਇਹਦੇ ਸਾਡੀ ਗਿੱਦੜਵੇ ਦੀ ਬਦਨਾਮੀ ਆ ਜੀ ਵੀ ਸਾਡਾ ਐਮਐਲਏ ਗਿੱਦੜਵੇ ਦਾ, ਐਮਐਲਏ ਤਾਂ ਸਾਡਾ ਹੀ ਆ ਨਾ ਜੀ ਗਿੱਦੜਵੇ ਦਾ। ਅਸੀਂ ਵੀ ਵਿੱਚ ਦੇਖੋ, ਅੱਜ ਦੀ ਘੜੀ ਤਾਂ ਮੈਂ ਵੀ ਇੱਕ ਆਮ ਮਤਲਬ ਕਿ ਸਿਵਲਿਅਨ ਹੀ ਆ ਨਾ, ਜਨਤਾ, ਉਹ ਸਾਡਾ ਐਮਐਲਏ ਆ, ਤੇ ਸਾਡੇ ਗਿੱਦੜਵੇ ਦੀ ਅਗਰ ਕੋਈ ਬਦਨਾਮੀ ਹੋਊਗੀ ਤਾਂ ਸਾਡੀ ਵੀ ਨਾਲ ਹੁੰਦੀ ਆ, ਤੇ ਅਸੀਂ ਦੇ ਕੇ ਕੰਮ ਨਿਬੇੜਤਾ। ਤੇ ਉਹ ਜਦੋਂ ਕੰਮ ਨਿਬੇੜਤਾ ਤੇ ਕਾਕਾ ਜੀ ਨੂੰ ਫਿਰ ਥੋੜੀ ਜਿਹੀ ਗਰਮੀ ਆ ਗਈ। ਗੱਲ ਤਾਂ ਆਹੀ ਹੋਈ ਆ, ਹੋਰ ਕੋਈ ਖਾਸ ਗੱਲ। ਕੰਮ ਤਾਂ ਜੇ ਮੀਡੀਆ 'ਚ ਨਾ ਲਿਆਉਂਦੇ, ਚੁੱਪ-ਚਾਪ ਨਿਬੇੜੇ ਆਉਂਦੇ, ਫਿਰ ਸਵਾਦ ਜਾਣੀ ਆਉਣਾ ਸੀ ਜੀ, ਚੁੱਪ-ਚਾਪ ਨਿਬੇੜ ਦਿੰਦੇ। ਸਵਾਦ ਤੁਸੀਂ ਵੀ ਲੈਂਦੇ ਹੋ, ਫਿਰ ਕਹਿੰਦੇ ਹੋ ਬੱਸਾਂ ਫੜ ਲਈਆਂ ਸਾਡੀਆਂ। ਨਹੀਂ, ਫਿਰ ਬੱਸਾਂ ਫੜ ਲਈ ਤਾਂ ਇਹਦੇ 'ਚ ਕੋਈ ਗੱਲ ਨਹੀਂ ਸੀ ਨਾ, ਉਹ ਤਾਂ ਹੁਣ ਬਾਈ ਚਾਂਸ ਹੋ ਗਿਆ ਸਾਰਾ ਕੁਝ। ਹਾਂ, ਉੱਥੇ ਮੀਡੀਆ ਵਾਲੇ ਆ ਗਏ, ਉਹਨਾਂ ਨੇ ਉਹ ਬਣਾ ਬਣੂ ਲਿਆ ਸਾਰਾ ਕੁਝ, ਉਹਨਾਂ ਨੇ ਵਾਇਰਲ ਕਰਤਾ। ਪਰ ਅਸੀਂ ਦੇਣੇ ਤਾਂ ਨਹੀਂ ਸੀ ਨਾ ਕਿਸੇ ਦੇ ਜੀ, ਅਸੀਂ ਕੋਈ ਚਵਾਨੀ ਤਾਂ ਨਹੀਂ, ਜਿੱਥੇ ਦੇਣੇ ਸੀ ਤੂੰ ਉੱਥੇ ਭਾਈ ਤੂੰ ਸਾਡੀ ਬਦਨਾਮੀ ਕਰ ਦਿੰਦਾ। ਆਹ ਚੱਕਰ ਸੀ ਜੀ।
ਸਾਹਿਬ ਹੁਣ ਸਿਆਸੀ ਮਾਹੌਲ ਦੀ ਗੱਲ ਕਰੀਏ ਤਾਂ ਸਿਆਸੀ ਮਾਹੌਲ ਨਜ਼ਰ ਕੀ ਆ ਰਿਹਾ ਤੁਹਾਨੂੰ? ਲਗਾਤਾਰ ਤੁਸੀਂ ਫੀਲਡ ਦੇ ਵਿੱਚੋਂ ਔਰ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ, ਤੁਹਾਨੂੰ ਫੀਲਡ ਕੀ ਕਹਿੰਦਾ ਹੈ, ਲੋਕਾਂ ਦੇ ਵਿੱਚ ਜਾਂਦੇ ਹੋ, ਲੋਕ ਕੀ ਕਹਿੰਦੇ ਆ ਤੁਹਾਨੂੰ? ਦੇਖੋ ਬਾਈ ਜੀ, ਮੈਂ ਵੈਸੇ ਤਾਂ ਮੈਂ ਕਦੇ ਆਊਟ ਆਫ ਟੱਚ ਹੋਇਆ ਹੀ ਨਹੀਂ ਲੋਕਾਂ ਨਾਲ। 5 ਸਾਲ ਦਾ ਮੈਂ ਲੋਕਾਂ ਦੇ ਵਿੱਚ ਹੀ ਵਿਚਰਦਾ ਆ ਰਿਹਾ। ਜਿੱਥੇ ਕਿਤੇ ਮੇਰੀ ਜ਼ਰੂਰਤ ਹੁੰਦੀ ਆ ਮੈਂ ਹਮੇਸ਼ਾ ਲੋਕਾਂ ਦੀ ਲੜਾਈ ਲੜੀ ਆ। ਉਹਦਾ ਰਿਜ਼ਲਟ ਮੈਨੂੰ ਅੱਜ ਮਿਲਣਾ ਸ਼ੁਰੂ ਹੋ ਗਿਆ। ਪਬਲਿਕ ਬੜਾ ਪਿਆਰ ਦੇ ਰਹੀ ਆ ਜੀ। ਕਿਸੇ ਪਿੰਡ 'ਚ ਜਾਵਾਂ ਲੋਕ ਹੱਥਾਂ 'ਤੇ ਚੱਕ ਲੈਂਦੇ ਆ। ਜਿਹੜੇ ਮੇਰੇ ਆਪਦੇ ਅਕਾਲੀ ਦਲ ਦੇ ਵਰਕਰ ਸਾਹਿਬਾਨ ਆ, ਲੀਡਰ ਸਾਹਿਬਾਨ ਆ, ਉਹਨਾਂ ਵੱਲੋਂ ਤਾਂ ਪਿਆਰ ਮਿਲਦਾ ਹੀ ਮਿਲਦਾ। ਕਾਂਗਰਸ ਪਾਰਟੀ ਵਾਲੇ ਵੀ ਬਹੁਤ ਪਿਆਰ ਕਰ ਰਹੇ ਆ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਜੀ, ਮਤਲਬ ਕਿ ਐਡੀ ਭਾਰੀ ਗਿਣਤੀ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ। ਇਹਨੂੰ ਕਾਕਾ ਜੀ ਨੂੰ ਇਹ ਪਤਾ ਨਹੀਂ ਲੱਗਣਾ ਵੀ ਮੇਰੇ ਨਾਲ ਹੋਈ ਕੀ ਜਾਂਦਾ। ਇੰਨੇ ਕੁ ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਆ, ਲੋਕ ਸਾਨੂੰ ਸਾਈ ਫੜਾਈ ਬੈਠੇ ਆ ਜੀ ਵੀ ਬਾਈ ਜੀ ਸਾਨੂੰ ਟਾਈਮ ਦਿਓ, ਸਾਨੂੰ ਟਾਈਮ ਦਿਓ, ਸਾਨੂੰ ਟਾਈਮ ਦਿਓ। ਅੱਛਾ, ਕਾਂਗਰਸੀ ਤੁਹਾਡੇ ਨਾਲ ਆ ਰਹੇ ਆ ਰਾਜਾ ਵੜਿੰਗ ਨੂੰ ਛੱਡ ਕੇ? ਬੜੀ ਭਾਰੀ ਗਿਣਤੀ ਦੇ ਵਿੱਚ, ਬੜੀ ਭਾਰੀ ਗਿਣਤੀ ਦੇ ਵਿੱਚ। ਮੈਂ ਤੁਹਾਨੂੰ ਅੱਜ ਓਪਨਲੀ ਇਹ ਗੱਲ ਕਹਿ ਰਿਹਾ ਜੀ, ਪਿਆਰ ਸਮਝ ਲਓ। ਇਹਨਾਂ ਨੇ ਕਿਸੇ ਦਾ ਸਵਾਰਿਆ ਕੁਛ ਨਹੀਂ, ਇਹ ਸਮਝ ਲਓ। ਬੋਲ ਬਾਣੀ ਸਮਝ ਲਓ ਇਹਨਾਂ ਦੀ। ਸਾਰੀਆਂ ਗੱਲਾਂ ਹੀ ਰਲ ਗਈਆਂ ਭਾਈ ਸਾਹਿਬ। ਪਾਵਰ ਵੀ ਦੇਖ ਲਈ, 5 ਸਾਲ ਇਹਨਾਂ ਦਾ ਰਾਜ ਵੀ ਦੇਖ ਲਿਆ, ਝੂਠ ਵੀ ਲੋਕਾਂ ਨੇ ਦੇਖ ਲਏ, ਲਾਰੇ ਲੱਪੇ ਵੀ ਦੇਖ ਲਏ, ਡਰਾਮੇਬਾਜ਼ੀ ਵੀ ਦੇਖ ਲਈ। ਲੋਕਾਂ ਦਾ ਮਨ ਅੱਕ ਗਿਆ, ਅੱਕ ਕੇ ਆ ਰਿਹਾ ਮੇਰੇ ਵੱਲ ਵਾਪਸ ਵੀ ਯਾਰ। ਕਿਉਂਕਿ ਮੈਂ ਭਾਈ ਸਾਹਿਬ, ਮੈਨੂੰ ਕਿਸੇ ਨੇ ਵੋਟ ਪਾਈ ਨਾ ਪਾਈ, ਮੇਰੀ ਇੱਕ ਅਸੂਲ ਰਿਹਾ ਮੇਰਾ, ਮੈਂ ਕਦੇ ਕਿਸੇ ਨੂੰ ਲਾਰਾ ਨਹੀਂ ਲਾਇਆ, ਨਾ ਕਦੇ ਕਿਸੇ ਕੋਲੇ ਮੈਂ ਝੂਠ ਮਾਰਿਆ। ਮੈਨੂੰ ਕਹਿ ਵੀ ਦਿੰਦੇ ਵੀ ਯਾਰ ਬਾਈ ਮਾੜਾ ਮੋਟਾ ਤਾਂ ਤੂੰ ਝੂਠ ਝਾਠ ਮਾਰ ਲਿਆ ਕਰ। ਮੈਂ ਕਿਹਾ ਯਾਰ ਬਾਈ ਮੈਂ ਇੱਥੇ ਰਹਿਣਾ, ਮੈਂ ਕੱਲ੍ਹ ਨੂੰ ਲੋਕਾਂ 'ਚ ਵਿਚਰਨਾ, ਲੋਕਾਂ ਦੇ ਮੈਂ ਮੱਥੇ ਲੱਗਣਾ, ਲੋਕਾਂ ਨੇ ਮੇਰੇ ਕੋਲੇ ਆਉਣਾ। ਅੱਜ ਝੂਠ ਮਾਰ ਦੂੰਗਾ ਫਿਰ ਕੱਲ੍ਹ ਨੂੰ ਉਹਨਾਂ ਦੇ ਮੱਥੇ ਕਿਵੇਂ ਲੱਗੂਗਾ? ਇਦੋਂ ਚੰਗਾ ਕੋਈ ਗੱਲ ਨਹੀਂ, 2 ਵੋਟਾਂ ਘੱਟ ਪੈ ਜਾਣਗੀਆਂ ਪਰ ਝੂਠ ਨਹੀਂ ਮਾਰਦਾ, ਕੋਈ ਦਿੱਕਤ ਨਹੀਂ ਮੈਨੂੰ। ਉਹਨਾਂ ਵੱਲੋਂ ਤਾਂ ਦਾਅਵਾ ਠੋਕ ਵਜਾ ਕੇ ਕੀਤਾ ਜਾਂਦਾ ਰਿਹਾ ਕਿ ਸਾਡੀ ਸਰਕਾਰ ਨੇ ਕੰਮ ਹੀ ਬਹੁਤ ਕੀਤੇ ਆ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਤਾਂ ਚਲੋ ਬੀਜੇਪੀ ਨਾਲ ਰਲਿਆ ਹੋਇਆ ਸੀਗਾ, ਸਾਡੀ ਸਰਕਾਰ ਆਈ ਜਿੰਨਾ ਕੁ ਸਾਨੂੰ ਵਕਤ ਮਿਲਿਆ ਤਾਂ ਬਹੁਤ ਕੰਮ ਕਰਿਆ, ਗਿੱਦੜਬਾਹੇ ਦਾ ਬਹੁਤ ਕੰਮ ਕਰਿਆ ਸੀ ਨੇ, ਔਰ ਟਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਬਹੁਤ ਚੰਗੇ ਕੰਮ ਕੀਤੇ ਆ। ਮੈਂ ਤੁਹਾਡੀਆਂ ਬੱਸਾਂ ਦਾ ਫਿਰ ਹਵਾਲਾ ਆ ਜਾਂਦਾ, ਮੋੜ ਘੇੜ ਕੇ ਗੱਲ ਉੱਥੇ ਹੀ ਆ ਜਾਂਦੀ ਹੈ। ਭਾਈ ਸਾਹਿਬ, ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਦੋਂ ਇੰਨੇ ਕੰਮ ਕੀਤੇ ਹੋਣ ਕਿਸੇ ਵੀ ਮੰਤਰੀ ਨੇ, MLA ਨੇ, ਉਹਨੂੰ ਫਿਰ ਕੋਵਿਡ ਦੇ ਵਿੱਚ ਭੱਜਣ ਦੀ ਲੋੜ ਨਹੀਂ ਹੁੰਦੀ ਜੀ। ਹਲਕੇ 'ਚ ਬੰਦਾ ਆਰਾਮ ਨਾਲ ਘਰੇ ਬਹਿ ਜਾਂਦਾ। ਚਲੋ ਬਾਕੀ ਤਾਂ ਠੀਕ ਆ ਸਾਰਾ ਕੁਛ। ਐਡੀ ਕੀ ਐਮਰਜੈਂਸੀ ਆ ਗਈ ਵੀ ਬੰਦਾ ਬਿਮਾਰ ਵੀ ਭੱਜਿਆ ਫਿਰਦਾ। ਇਹ ਸ਼ੋਅ ਕਰਦਾ ਨਾ ਵੀ ਅੰਦਰੋਂ ਹਿੱਲਿਆ ਹੋਇਆ, ਲੋਕ ਉਹਦੇ ਨਾਲ ਨਹੀਂ ਗਏ। ਕੋਵਿਡ ਦੇ ਵਿੱਚ ਜਾਣ ਦੇ ਬਾਵਜੂਦ ਵੀ ਮੇਰੇ ਨਾਲ ਆ ਰਹੇ ਆ। ਦੂਸਰੀ ਗੱਲ ਮੈਂ ਤੁਹਾਡੇ ਧਿਆਨ ਹਿੱਤ ਲਿਆ ਦਾਂ, ਜਿਹੜੇ ਟਰਾਂਸਪੋਰਟ ਦੇ ਮੰਤਰੀ ਬਣ ਕੇ ਇਹਨਾਂ ਨੇ ਕੰਮ ਕੀਤੇ ਆ, ਮੇਰੀਆਂ ਬੱਸਾਂ ਹੀ ਬੰਦ ਹੀ ਕੀਤੀਆਂ ਜੀ, ਹੋਰ ਕੁਝ ਨਹੀਂ ਕੀਤਾ। ਇਹੀ ਕੰਮ ਹੀ ਕੀਤੇ ਆ। ਸਾਰੀਆਂ ਟਰੱਕ ਯੂਨੀਅਨਾਂ, ਸਾਰੇ ਟਰੱਕ ਆਪਰੇਟਰਸ, ਅੱਜ ਮੇਰੇ ਕੋਲੇ ਘੱਟੋ ਘੱਟ 100 ਬੰਦਾ ਆਇਆ ਹੋਣਾ, ਆਪਰੇਟਰ ਮਿਲ ਕੇ ਗਿਆ। ਸਾਰੇ ਦੁਖੀ A to Z, ਕੋਈ ਕੈਂਟਰ ਵਾਲਾ ਨਹੀਂ, ਸਾਰੇ ਇਹਦੇ ਉਲਟ। ਕੋਈ ਆਪਣੇ ਟਰੈਕਟਰ ਯੂਨੀਅਨ ਹੀ, ਸਾਰੇ ਇਹਦੇ ਉਲਟ, ਸਾਰੀ ਲੇਬਰ ਇਹਨਾਂ ਦੇ ਉਲਟ। ਕੋਈ ਬੰਦਾ ਤਾਂ ਨਾਲ ਹੋਵੇ ਯਾਰ। ਹਰ ਥਾਂ ਥਾਂ ਤੇ ਇਹਨਾਂ ਦੇ ਕਮਿਸ਼ਨ, ਮਤਲਬ ਕਿਸੇ ਗਰੀਬ ਨੂੰ ਇੱਕ ਲਾਲ ਪੈਸਾ ਨਹੀਂ ਛੱਡਿਆ ਇਹਨਾਂ ਨੇ। ਇਹ ਮੈਂ ਨਹੀਂ ਕਹਿੰਦਾ ਭਾਈ ਸਾਹਿਬ, ਲੋਕ ਆ ਕੇ ਮੈਨੂੰ ਦੱਸਦੇ ਆ ਜੀ ਵੀ ਕਿਸੇ ਦੇ ਹੱਥ 'ਤੇ ਤਾਂ ਕੁਛ ਰੱਖਿਆ ਹੋਵੇ, ਹੈ ਹੀ ਨਹੀਂ ਕੋਈ। ਇਸੇ ਕਰਕੇ ਫਿਰ ਭੱਜੇ ਫਿਰਦੇ ਆ ਨਾ, ਤਾਂ ਹੀ ਲੋਕ ਮੇਰੇ ਨਾਲ ਆ ਰਹੇ ਆ ਨਾ। ਉਹਨਾਂ ਨੂੰ ਪਤਾ ਵੀ ਇਹਨੇ ਨਾ ਖਾਣਾ ਤੇ ਨਾ ਝੂਠ ਮਾਰਨਾ। ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਭਾਈ ਸਾਹਿਬ ਉਹ ਅੱਗੇ ਕਰਕੇ ਵਿਖਾਵਾਂਗੇ। ਨੋ ਲਾਰਾ, ਨੋ ਪ੍ਰੋਮਿਸ, ਨੋ ਝੂਠੀ ਸਹੁੰ, ਜੋ ਕਹਿਣਾ ਸੱਚ ਕਹਿਣਾ। ਮੁਕਾਬਲਾ ਕਿਹਦੇ ਨਾਲ ਆ ਤੁਹਾਡਾ? ਜਿਹੜੇ ਹਿਸਾਬ ਨਾਲ ਪੋਜੀਸ਼ਨ ਚੱਲ ਰਹੀ ਹੈ, ਮੈਨੂੰ ਇਹ ਲੱਗਦਾ ਕਾਕਾ ਜੀ ਸਾਡੇ ਮੁਕਾਬਲੇ 'ਚ ਹੀ ਨਹੀਂ ਰਹਿਣੇ। ਹੋ ਸਕਦਾ ਸਾਡਾ ਆਮ ਨਾਲ ਹੀ ਹੋ ਜੇ, ਇਹਦੇ ਨਾਲ ਰਵੇ ਹੀ ਨਾ ਮੁਕਾਬਲਾ, ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਆ ਭਾਈ ਸਾਹਿਬ ਦੇ। ਹਲਕੇ ਦੇ ਵਿੱਚ ਤੁਸੀਂ ਜਦੋਂ ਜਾਂਦੇ ਹੋ, ਕੋਈ ਮੁੱਦੇ ਵੀ ਲੈ ਕੇ ਜਾਂਦੇ ਹੋਵੋਗੇ ਵੀ ਅਸੀਂ ਤਾਂ ਆਹ ਕੰਮ ਕਰਾਵਾਂਗੇ ਤੁਹਾਡੇ, ਜਾਂ ਤੁਹਾਨੂੰ ਕੀ ਲੱਗਦਾ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਗਿੱਦੜਬਾਹੇ ਦੇ ਵਿੱਚ ਕੋਈ ਕੰਮ ਇਹੋ ਜਿਹਾ ਬਚਿਆ ਹੀ ਨਹੀਂ ਜਿਹੜਾ ਅਸੀਂ ਨਾ ਕੀਤਾ ਹੋਵੇ, ਸਾਰੇ ਕੰਮ ਕਰ ਦਿੱਤੇ, ਬਾਕੀ ਤਾਂ ਕਹਿੰਦੇ ਸਾਰੀ ਜ਼ਿੰਦਗੀ ਪਈ ਆ, ਕੰਮ ਹੌਲੀ ਹੌਲੀ ਹੋਰ ਹੁੰਦੇ ਰਹਿਣਗੇ? ਭਾਈ ਸਾਹਿਬ, ਜ਼ਿੰਦਗੀ ਦੇ ਵਿੱਚ ਨਾ ਗਿੱਦੜਵਾ ਹਲਕਾ ਦਾ ਬਹੁਤ ਵੱਡਾ, ਕਦੇ ਆਪਣੇ ਤੋਂ ਆਪਣੇ ਘਰ ਦੇ ਕੰਮ ਨਹੀਂ ਪੂਰੇ ਹੋਏ, ਘਰ ਦੇ ਖੁਦ ਦੇ ਉਹ ਕੰਮ ਵੀ ਨਹੀਂ ਕਦੇ ਪੂਰੇ ਹੋਏ। ਇਹ ਸਿਸਟਮ ਚੱਲਦਾ ਰਹਿੰਦਾ।
ਜਿਹੜਾ ਆਹ ਦਾਵਾ ਕਰਨਾ ਵੀ ਮੈਂ ਗਿੱਦੜਵੇ ਤੇ ਕੰਮ ਕੋਈ ਬਚਿਆ ਹੀ ਨਹੀਂ, ਛੱਡਿਆ ਹੀ ਨਹੀਂ, ਮੈਂ ਸਾਰੇ ਕਰਤੇ, ਇਹ ਬਿਆਨਬਾਜ਼ੀ ਮੈਨੂੰ ਠੀਕ ਨਹੀਂ ਲੱਗੀ। ਇਹ ਐਵੇਂ ਇੱਕ ਮਨ ਨੂੰ ਠੱਲਣ ਵਾਲੀ ਬਿਆਨਬਾਜ਼ੀ ਆ। ਕਦੇ ਹੋਇਆ ਜੀ ਵੀ ਕੰਮ ਲੋਕਾਂ ਦੇ ਮੁੱਕ ਜਾਣ? ਇਹ ਤਾਂ ਜ਼ਿੰਦਗੀਆਂ ਮੁੱਕ ਜਾਂਦੀਆਂ, ਪੀੜ੍ਹੀਆਂ ਮੁੱਕ ਜਾਂਦੀਆਂ, ਕੰਮ ਚੱਲਦੇ ਰਹਿੰਦੇ ਆ। ਹੁਣ ਜੇ ਮੈਂ ਕੰਮ ਗਿਣਾਉਣ ਲੱਗ ਜਾ, ਮੈਨੂੰ ਇੱਕ ਚੀਜ਼ ਦੱਸ ਦੇਣ, ਕਿਸੇ ਨੂੰ ਗਿੱਦੜਵੇ ਹਲਕੇ 'ਚ ਇੱਕ ਨੂੰ ਸਰਕਾਰੀ ਜੌਬ ਦਿੱਤੀ ਹੋਵੇ, ਇੱਕ ਨੂੰ ਵੀ। ਦੂਜੀ, ਇੱਕ ਕਿਸੇ ਕਿਸਾਨ ਨੂੰ ਇਹਨਾਂ ਨੇ ਮੋਟਰ ਦਿੱਤੀ ਹੋਵੇ, ਇੱਕ ਨੂੰ ਵੀ। ਇਹਨਾਂ ਨੇ ਹਜ਼ਾਰਾਂ ਆਪਦੇ ਵਰਕਰਾਂ ਨੂੰ ਲਾਰੇ ਲਾਏ ਸੀ ਮੋਟਰਾਂ ਦੇ ਵੀ ਤੁਹਾਨੂੰ ਕਨੈਕਸ਼ਨ ਲੈ ਕੇ ਦੇਵਾਂਗੇ, ਇੱਕ ਨੂੰ ਵੀ ਲੈ ਕੇ ਦਿੱਤਾ ਹੋਵੇ। ਇਹ ਕੰਮ ਆ ਕਰਨ ਵਾਲੇ। ਕਿਸੇ ਦਾ ਖਾਲ ਪੱਕਾ ਕੀਤਾ ਹੋਵੇ, ਕਦੇ ਕਿਸੇ ਸੂਏ 'ਚ ਟਾਈਮ ਨਾਲ ਪਾਣੀ ਆਇਆ ਹੋਵੇ, ਕਦੇ ਕਿਸੇ ਸੂਏ 'ਚ ਪਾਣੀ ਆਇਆ ਹੋਵੇ, ਕਦੇ ਕਿਸੇ ਦਾ ਨੀਲਾ ਕਾਰਡ ਬਣਾ ਕੇ ਦਿੱਤਾ ਹੋਵੇ, ਕਦੇ ਕਿਸੇ ਦੀ ਪੈਨਸ਼ਨ ਲਵਾ ਕੇ ਦਿੱਤੀ ਹੋਵੇ, ਕਦੇ ਕਿਸੇ ਗਰੀਬ ਦੇ ਮਤਲਬ ਕਿ ਆ ਜਿਹੜਾ ਆਪਣਾ ਗਰੀਬ ਬੱਚਿਆਂ ਦੇ ਵਜ਼ੀਫੇ ਆਏ ਹੋਣ, ਉਹਨਾਂ ਦੀ ਕੁਆਲੀਫਿਕੇਸ਼ਨ ਬਾਰੇ ਕਦੇ ਕਿਸੇ ਨੇ ਸੋਚਿਆ ਹੋਵੇ। ਸਾਰੇ ਪੈਸੇ ਉਰਦ ਗੁਰਦੀ ਕਰ ਗਏ ਜੀ। ਹਜੇ ਕਹਿੰਦੇ ਮੇਰੇ ਕੋਲ ਕੰਮ ਛੱਡਿਆ ਹੀ ਨਹੀਂ। ਲੋਕ ਮੇਰੇ ਕੋਲੇ ਇੰਨੇ ਪੜ੍ਹੇ ਲਿਖੇ ਲੋਕ ਆਉਂਦੇ ਆ ਜਿਹੜੇ ਦਰ ਧੱਕੇ ਖਾਂਦੇ ਫਿਰਦੇ ਆ। ਕਿਸੇ ਨੂੰ ਤਾਂ ਕੁਛ ਨਾ ਕੁਛ ਤੁਸੀਂ ਜੌਬਸ ਕ੍ਰੀਏਟ ਕਰਕੇ ਦਿਓ ਯਾਰ। ਤੁਸੀਂ ਸਭ ਤੋਂ ਵੱਡਾ ਤੁਹਾਡਾ ਮੁੱਦਾ ਹੀ ਇਹ ਸੀ ਵੀ ਅਸੀਂ ਘਰ ਘਰ ਜੌਬ ਦੇਵਾਂਗੇ, ਕਿਸੇ ਨੂੰ ਨਹੀਂ ਦਿੱਤੀ। ਹਜੇ ਕਹਿੰਦੇ ਜੀ ਮੈਂ ਕੰਮ ਬਹੁਤ ਕਰਤੇ। ਕੀ ਕੰਮ ਕੀਤੇ ਆ ਭਾਈ ਸਾਹਿਬ? ਕੱਲੀਆਂ ਇੰਟਰਲੌਕ ਟਾਇਲਸ ਲਾਉਣ ਨਾਲ, ਗਲੀਆਂ ਸੋਹਣੀਆਂ ਬਣਾਉਣ ਨਾਲ ਇਹ ਤਾਂ ਕੋਈ ਮੁੱਦੇ ਨਹੀਂ। ਸਾਡੇ ਸ਼ਹਿਰ ਦੇ ਵਿੱਚ ਕਿਸੇ ਘਰੇ ਆਪਣਾ ਤੁਸੀਂ ਚਲੇ ਜਾਓ, ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਮੈਂ ਵਾਟਰ ਵਰਕਸ ਦਾ ਪਾਣੀ ਪੀਣਾ, ਇੱਕ ਵੀ। ਤੇ ਕੋਈ ਹੱਥ ਖੜਾ ਕਰਕੇ ਕਹਦੇ ਜਿਹਦੇ ਸੀਵਰੇਜ ਬੈਕ ਨਹੀਂ ਵੱਜਦਾ ਘਰ 'ਚ। ਐਡਾ ਮਾੜਾ ਹਾਲ ਆ ਸੀਵਰੇਜ ਦਾ ਤੇ ਵਾਟਰ ਵਰਕਸ ਦਾ। ਦੋ ਹੀ ਚੀਜ਼ਾਂ ਮੇਨ ਹੁੰਦੀਆਂ। ਲਾਈਟਾਂ ਦੀਆਂ ਤਾਰਾਂ ਸਾਡੇ ਗਲ 'ਚ ਪਈ ਜਾਂਦੀਆਂ, ਸਾਰੀ ਰਾਤ ਲਾਈਟ ਨਹੀਂ ਆਉਂਦੀ, ਉੱਡੀ ਰਹਿੰਦੀ ਆ। ਕਦੇ ਮੋਟਰਾਂ ਦੀ 8 ਘੰਟੇ ਲਾਈਟ ਨਹੀਂ ਆਈ। ਕੱਟ ਦੁਨੀਆ ਭਰ ਦੇ ਲੱਗਦੇ ਆ। ਕੰਮ ਕੀ ਕੰਮ ਕਰਤੇ ਇਹਨਾਂ ਨੇ ਦੱਸੋ ਜੀ ਮੈਨੂੰ? ਕਹਿੰਦੇ ਜ਼ਰੂਰ ਆ ਪਰ ਕਿਸੇ ਗੱਲ 'ਚ ਦਮ ਨਹੀਂ ਗਾ। ਤੁਸੀਂ ਕੀ ਕਰੋਗੇ? ਲੋਕ ਤੁਹਾਨੂੰ ਕਿਉਂ ਚੁਣਨ, ਤੁਹਾਨੂੰ ਵੋਟ ਲੋਕ ਕਿਉਂ ਪਾਉਣ? ਢਿੱਲੋਂ ਸਾਹਿਬ ਜੀ ਮੈਂ ਇਹ ਪੁੱਛਾਂ ਤੁਸੀਂ ਕਿਹੜੇ ਮੁੱਦੇ ਗਿਣਾਉਂਦੇ ਹੋ ਜਾ ਕੇ ਲੋਕਾਂ ਨੂੰ ਵੀ ਹਾਂ ਵੀ ਅਸੀਂ ਤਾਂ ਤੁਹਾਡੇ ਆਹ ਮਸਲੇ ਹੱਲ ਕਰਨੇ ਆ? ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ, ਮੈਨੂੰ ਕੋਈ ਮੁੱਦੇ ਗਿਣਾਉਣ ਦੀ ਲੋੜ ਨਹੀਂ, ਨਾ ਮੈਨੂੰ ਕੁਝ ਦੱਸਣ ਦੀ ਲੋੜ ਆ। ਲੋਕ ਹੀ ਜਾਣੀ ਜਾਣਾ। ਜੋ ਅਸੀਂ ਪਿਛਲੀ ਸਰਕਾਰ ਵੇਲੇ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਸੀ A to Z। ਉਹਨਾਂ ਦੇ ਬਿਹਾਫ 'ਤੇ ਹੀ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ, ਅਤਬਾਰ ਕਰਦੇ ਆ ਕਿ ਯਾਰ ਇਹ ਸਰਕਾਰ ਜੋ ਕਹਿੰਦੀ ਆ ਉਹ ਕਰਦੀ ਆ। ਅਤੇ ਮੈਂ ਅੱਜ ਵੀ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਲੋਕਾਂ ਨੂੰ ਸਾਡੇ 'ਤੇ, ਸ਼੍ਰੋਮਣੀ ਅਕਾਲੀ ਦਲ 'ਤੇ, ਮੇਰੇ 'ਤੇ ਇਹ ਭਰੋਸਾ ਵੀ ਜੋ ਇਹਨਾਂ ਨੇ ਕਹਿ ਤਾ ਨਾ ਇਹ ਪੂਰਾ ਕਰਨਗੇ। ਇਸ ਕਰਕੇ ਲੋਕ ਸਾਨੂੰ ਵੋਟ ਪਾ ਰਹੇ ਆ। ਅਸੀਂ ਕਿਸੇ ਨਾਲ ਫਰੇਬ ਨਹੀਂ ਕਰਦੇ, ਕਿਸੇ ਨੂੰ ਧੋਖਾ ਨਹੀਂ ਦਿੰਦੇ। ਇਸ ਕਰਕੇ ਲੋਕ ਸਾਨੂੰ ਵੋਟ ਪਾ ਰਹੇ ਆ। ਕਦੇ ਆਮੋ ਸਾਹਮਣੇ ਹੋਏ ਹੋ ਵੜਿੰਗ ਹੋਣਾ ਦੇ ਨਾਲ, ਕਦੇ ਹਲਕੇ ਦੇ ਵਿੱਚ ਜਾਂ ਕਦੇ ਕਿਸੇ ਵੀ ਜਗ੍ਹਾ 'ਤੇ ਉੱਥੇ ਕੋਈ ਸਵਾਲ ਪੁੱਛਿਆ ਵੀ ਆਹ ਕੀ ਕੀਤਾ ਸਾਡੇ ਨਾਲ ਜਾਂ ਐ ਨਹੀਂ ਹੋਣਾ ਚਾਹੀਦਾ ਸੀ? ਮੈਥੋਂ ਟਲ ਜਾਂਦੇ ਆ ਜੀ। ਮੈਂ ਤਾਂ ਆਪ ਜੀ ਦੇ ਇਸ ਮੀਡੀਆ ਰਾਹੀਂ ਵੀ ਮੈਂ ਬੇਨਤੀ ਕਰਦਾ ਮੇਰੇ ਛੋਟੇ ਭਾਈ ਨੂੰ, ਜਿਸ ਦਿਨ ਉਹਨਾਂ ਦਾ ਜੀ ਕਰੇ ਮੇਰੇ ਨਾਲ ਡਿਬੇਟ ਕਰ ਲੈਣ ਆ ਕੇ, ਜਿਸ ਦਿਨ ਜੀ ਕਰੇ ਓਪਨ ਸੱਥ 'ਚ, ਉਹਨਾਂ ਦਾ ਟਾਈਮ, ਉਹਨਾਂ ਦੀ ਪ੍ਰੈਸ, ਉਹਨਾਂ ਦਾ ਹੀ ਸਥਾਨ, ਮੈਂ ਆਊਂਗਾ ਚੱਲ ਕੇ, ਇਕੱਲਾ ਆਊਂਗਾ, ਬੈਠ ਕੇ ਡਿਬੇਟ ਕਰ ਲੈਣ। ਉਹ ਮੈਨੂੰ ਕੁਐਸਚਨ ਪੁੱਛ ਲੈਣ, ਮੈਂ ਉਹਨਾਂ ਨੂੰ ਪੁੱਛ ਲੂੰਗਾ। ਜੇ ਤਾਂ ਉਹ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਗਏ ਤਾਂ ਮੈਂ ਆਪਦੇ ਆਪ ਨੂੰ ਹਾਰ ਮੰਨ ਕੇ ਆਊਂਗਾ। ਜੇ ਮੇਰੇ ਸਵਾਲਾਂ ਦਾ ਉਹ ਜਵਾਬ ਦੇ ਗਏ ਤਾਂ ਉਹ ਮੰਨ ਲੈਣ। ਕਦੇ ਟੱਕਰਾ ਹੋਇਆ ਹੁਣ ਤੱਕ? ਨਹੀਂ, ਟੱਕਰਾ ਤਾਂ ਅਕਸਰ ਹੋ ਜਾਂਦਾ, ਬਟ ਕਦੇ ਕੋਈ ਐਂ ਟੱਕਰਾ ਨਹੀਂ ਹੋਇਆ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ। ਕਦੇ ਕੋਈ ਇੱਕ ਦੂਜੇ ਨਾਲ ਐਸੀ ਗੱਲਬਾਤ ਨਹੀਂ ਹੋਈ, ਕੋਈ ਤਿੱਖੀ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਮਤਲਬ ਵੈਸੇ ਹੋ ਜਾਂਦੀ ਹੈ, ਇੱਕ ਦੂਜੇ ਕੋਲ ਦੀ ਟੱਪ ਜਾਂਦੇ ਆ। ਹਾਂ। ਛੋਟੇ ਭਰਾ ਦੇ ਨਾਲ ਟਾਈਮ ਕਿੰਨਾ ਸਪੈਂਡ ਕਰਦੇ ਹੋ ਸਨੀ ਢਿੱਲੋਂ ਹੋਣਾ ਦੇ ਨਾਲ? ਕਿਉਂਕਿ ਉਹ ਤਾਂ ਸੁਭਾਅ ਬਾਹਲਾ ਤੱਤਾ ਚੱਕੀ ਫਿਰਦੇ, ਉਹ ਤਾਂ ਸੋਸ਼ਲ ਮੀਡੀਆ ਤੇ ਦੇਖੀ ਤਾਂ ਸਿੱਧੇ ਹੋ ਜਾਂਦੇ। ਤੁਹਾਨੂੰ ਲੱਗਦਾ ਨਹੀਂ ਕਿ ਮਰਿਆਦਾ ਹੋਣੀ ਚਾਹੀਦੀ, ਭਾਵੇਂ ਵੜਿੰਗ ਹੋਣਾ ਵੱਲੋਂ ਹੋਵੇ, ਸਨੀ ਢਿੱਲੋਂ ਹੋਣਾ ਵੱਲੋਂ ਹੋਵੇ, ਜਾਂ ਕੋਈ ਵੀ XYZ ਕੋਈ ਵੀ ਹੋਵੇ? ਭਾਈ ਸਾਹਿਬ ਮੈਂ ਦੇਖੋ, ਹਰ ਬੰਦੇ ਦਾ ਅਲੱਗ ਸੁਭਾਅ ਹੁੰਦਾ ਜੀ। ਕਿਸੇ ਦਾ ਕੋਈ ਗਰਮ ਹੁੰਦਾ, ਕਿਸੇ ਦਾ ਠੰਡਾ ਹੁੰਦਾ। ਅਸੀਂ ਬਚਪਨ ਤੋਂ ਇਕੱਠੇ ਰਹੇ ਹਾਂ ਜੀ। ਮੈਂ ਉਹ ਤੋਂ ਕਾਫੀ ਸੀਨੀਅਰ ਹਾਂ, 8 ਸਾਲ ਵੱਡਾ, ਅਤੇ ਹਜੇ ਵੀ ਸਾਡੀ ਜੁਆਇੰਟ ਫੈਮਿਲੀ ਆ। ਰਾਤ ਨੂੰ ਰੋਜ਼ ਅਸੀਂ ਡਿਸਕਸ ਕਰਦੇ ਹਾਂ, ਰੋਜ਼ ਅਸੀਂ ਇਕੱਠੇ ਹੁੰਦੇ ਹਾਂ। ਕਦੇ ਐਸਾ ਦਿਨ ਨਹੀਂ ਜਿੱਦਾਂ ਸਾਰੀ ਫੈਮਿਲੀ ਅਸੀਂ ਇਕੱਠੇ ਹੋ ਕੇ ਨਾ ਬੈਠੀਏ, ਇੱਕ ਦੂਜੇ ਨਾਲ ਗੱਲਬਾਤ ਨਾ ਕਰੀਏ, ਇਹੋ ਜਿਹੀ ਕੋਈ ਗੱਲ ਨਹੀਂ।
ਸਮਝਾਉਣੇ ਵੀ ਬਹੁਤ ਆ ਵੀ ਆਪਾਂ ਨਹੀਂ ਰਾਜੇ ਇਹ ਕੰਮ ਕਰਨਾ। ਉਹ ਚਾਹੇ ਜੋ ਮਰਜ਼ੀ ਮਾਰੀ ਜਾਵੇ, ਆਪਦੇ ਬੰਨਿਓ ਜੋ ਮਰਜ਼ੀ ਬੋਲੀ ਜਾਵੇ, ਆਪਾਂ ਨਹੀਂ ਬੋਲਣਾ। ਪਰ ਕਈ ਵਾਰੀ ਨਾ ਤੁਹਾਡੇ ਜਦੋਂ ਇਮੋਸ਼ਨਸ ਨਾਲ ਬੰਦਾ ਖੇਡੇ ਤਾਂ ਕੋਈ ਬੰਦੇ 'ਚ ਟੋਲਰੇਸ਼ਨ ਪਾਵਰ ਹੁੰਦੀ ਆ ਜੀ, ਉਹ ਟੋਲਰੇਟ ਕਰ ਲੈਂਦਾ। ਕਿਸੇ ਬੰਦੇ 'ਚ ਨਹੀਂ ਹੁੰਦੀ। ਅਲੱਗ ਬੰਦੇ ਦਾ, ਹਰ ਬੰਦੇ ਦਾ ਇੱਕ ਅਲੱਗ ਔਰਾ ਹੁੰਦਾ। ਜਦੋਂ ਸਟਾਰਟ ਕੀਤਾ ਨਾ ਜੀ ਕੰਮ, ਉਦੋਂ ਪਹਿਲਾਂ ਵੀ ਮੈਂ ਇਹਨੂੰ ਬਹੁਤ ਰੋਕਦਾ ਆਇਆ ਸਣੀ ਨੂੰ ਵੀ ਯਾਰ ਆਪਾਂ ਨਹੀਂ ਬੋਲਣਾ ਯਾਰ, ਇਹ ਜੋ ਮਰਜ਼ੀ ਬੋਲੀ ਜਾਵੇ। ਫਿਰ ਇਹਨੇ ਇੱਕ ਦਿਨ ਕੀ ਕੀਤਾ ਨਾ ਜੀ, ਜਦੋਂ ਜਿੱਥੋਂ ਕੰਮ ਵੱਧਦਾ ਜ਼ਿਆਦਾ ਸਾਡਾ, ਜਿੱਥੋਂ ਸ਼ੁਰੂ ਹੋਈ ਤੁਹਾਡੀ ਲੜਾਈ ਸਟਾਰਟ ਹੋਈ, ਇਹ ਸਾਡੇ MP ਇਲੈਕਸ਼ਨ ਦੇ ਵਿੱਚ ਸਾਡੇ ਪਿੰਡ ਗਿਆ ਸੀ। ਚੰਨੂ ਪਿੰਡ ਆ ਜੀ ਸਾਡਾ, ਇੱਥੋਂ 14-15 ਕਿਲੋਮੀਟਰ ਦੂਰ ਆ। ਮਤਲਬ ਕਿ ਸਾਡੇ ਪਿੰਡ ਜਾ ਕੇ ਇਹਨੇ ਇੰਨਾ ਕੁ ਭੰਡੀ ਪ੍ਰਚਾਰ ਕੀਤਾ ਸਾਡਾ, ਇੰਨਾ ਕੁ ਭੰਡੀ ਪ੍ਰਚਾਰ ਕੀਤਾ। ਉਹ ਬੋਲਿਆ ਜਿਹੜਾ ਕਿ ਲੋੜ ਨਹੀਂ ਸੀ ਬੋਲਣ ਦੀ। ਮੈਂ ਠੋਕ ਤੇ, ਮੈਂ ਅੰਦਰ ਦੇ ਤੇ, ਮੈਂ ਧੱਕ ਤੇ, ਮੇਰੇ ਅੱਗੇ ਮੈਂ ਖੜ ਕੇ ਵਿਖਾਉਣ, ਮੈਂ TC ਵਾਲੇ ਬੇਰ ਫੜਦਾ, ਮੈਂ ਐਂ ਕਰਦਾ, ਮੈਂ ਆਪਦੀਆਂ ਤਾਰੀਫਾਂ ਤੇ। ਮਤਲਬ ਕਿ ਸਾਡੇ ਤੇ ਉਹ ਕਿਹੜੀ ਗੱਲ ਆ ਜਿਹੜੀ ਇਹਨੇ ਨਹੀਂ ਕੀਤੀ। ਮਤਲਬ ਪਹਿਲਾਂ ਮਾੜਾ ਮੋਟਾ ਸਾਡਾ ਸਿਆਸੀ ਚੱਲਦਾ ਸੀ। ਉਹ ਕਿਤੇ ਵੀਡੀਓ ਸਣੀ ਨੇ ਸੁਣ ਲਈ ਜੀ, ਮੈਨੂੰ ਤਾਂ ਨਹੀਂ ਉਹ, ਮਤਲਬ ਕਿ ਮੈਂ ਤਾਂ ਬਾਅਦ ਸੁਣੀ ਆ। ਇਹਨੇ ਕਿਹਾ ਵੀ ਜੇ ਹੁਣ ਬਾਈ ਜੀ ਨੂੰ ਇਹ ਦੱਸਤੀ ਤਾਂ ਉਹਨਾਂ ਨੇ ਮੈਨੂੰ ਫੇਰ ਨਹੀਂ ਕੁਛ ਕਰਨ ਦੇਣਾ। ਉਹ ਚੁੱਪ ਕਰਕੇ ਇਹਨੇ ਵੀਡੀਓ ਸੁਣੀ, ਖੇਤ ਪਹੁੰਚ ਗਿਆ ਆਪਣੇ, ਉੱਥੋਂ ਇਹਨੇ ਵੀਡੀਓ ਲਾਈਵ ਹੀ ਉਹਦੀਆਂ ਗੱਲਾਂ ਦੇ ਜਵਾਬ ਦੇਤੇ। ਜੋ ਇਹਦਾ ਕੋਈ, ਦੇਖੋ ਜੀ ਕਮੀ ਪੇਸ਼ੀ ਹਰੇਕ ਬੰਦੇ 'ਚ ਹੁੰਦੀ ਹੈ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ 'ਤੇ ਪੱਥਰ ਨਹੀਂ ਮਾਰਦੇ। ਜਦੋਂ ਸਾਡੇ 'ਤੇ ਐਡੇ ਐਡੇ ਵੱਡੀਆਂ ਇਹਨੇ ਗੱਲਾਂ ਕਹੀਆਂ, ਫਿਰ ਇਹਨੇ ਉਹਦੇ ਸਾਰੇ ਪੋਤੜੇ ਫਰੋਲਤੇ ਜੋ ਉਹਦੀ ਹਿਸਟਰੀ ਸੀ। ਹਾਲਾਂਕਿ ਮੈਂ ਇਹਨੂੰ ਲੜਿਆ ਵੀ ਬਾਅਦ 'ਚ ਵੀ, ਯਾਰ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਜਿਹੜੀਆਂ ਤੂੰ ਬੇਟਾ ਕਰਤੀਆਂ। ਕਹਿੰਦਾ ਜੀ ਮੈਨੂੰ ਫਿਰ ਰਿਹਾ ਨਹੀਂ ਗਿਆ, ਆਪਦੇ ਆਪ 'ਤੇ ਮੇਰੇ ਕਾਬੂ ਨਹੀਂ ਰਿਹਾ ਮੇਰੇ ਤੋਂ। ਕਹਿੰਦੇ ਮੈਂ ਕਿਹਾ ਜੇ ਤੁਹਾਨੂੰ ਦੱਸਿਆ ਤਾਂ ਤੁਸੀਂ ਰੋਕੋਗੇ, ਮੈਨੂੰ ਪਤਾ ਤੁਸੀਂ ਆਹੀ ਕਹਿਣਾ ਸੀ। ਕਹਿੰਦੇ ਹੁਣ ਕਹੀ ਜਾਂਦੇ ਹੋ, ਹੁਣ ਵੇਖੀ ਜਾਓ ਜਿਹੜਾ ਹੋਊ। ਕਹਿੰਦਾ ਜੀ ਮੈਂ ਤਾਂ ਕਹਿ ਆਇਆ। ਫਿਰ ਉਦੋਂ ਬਾਅਦ ਜਦੋਂ ਉਹ ਵੀਡੀਓ ਅਸੀਂ ਕੱਢੀ, ਉਦੋਂ ਬਾਅਦ ਫਿਰ ਮੈਂ ਤਾਂ ਇੱਥੇ ਰਹਿ ਗਿਆ ਜੀ, ਕਿਉਂਕਿ ਇਹ ਤਾਂ ਬਠਿੰਡੇ ਇਲੈਕਸ਼ਨ ਲੜਦਾ ਸੀ। ਫਿਰ ਇਹਨੇ ਸਟੇਜਾਂ 'ਤੇ ਵੀ ਬਹੁਤ ਬੋਲਿਆ ਜੀ ਇਹਦੇ ਅਗੇਂਸਟ। ਮੈਂ ਤਾਂ ਇਹ ਕਹਿਣਾ ਵੀ ਬਾਹਲਾ ਤਾਂ ਨਹੀਂ, 10-15-20% ਸਾਡਾ ਵੀ ਯੋਗਦਾਨ ਹੈਗਾ ਇਹਨੂੰ ਹਰਾਉਣ 'ਚ ਉੱਥੇ ਬਠਿੰਡੇ। ਕਿਉਂਕਿ ਦੇਖੋ ਇਹਦੀ ਅਸਲੀਅਤ ਲੋਕਾਂ ਨੂੰ ਪਤਾ ਨਹੀਂ ਸੀ। ਡਰਾਮੇ ਬਾਖੂਬ ਕਰਨੇ ਆਉਂਦੇ ਆ ਇਹਨੂੰ। ਜਦੋਂ ਲੋਕਾਂ ਨੂੰ ਅਸੀਂ ਅੱਗੇ ਸੱਚ ਦੱਸ ਦਿੰਦੇ, ਇਹ ਨੈਕਸਟ ਡੇ ਜਾ ਕੇ ਡਰਾਮੇ ਕਰਦਾ ਤਾਂ ਲੋਕ ਹੱਸ ਪੈਂਦੇ ਵੀ ਯਾਰ ਕੱਲ੍ਹ ਸਣੀ ਇਹੀ ਕਹਿ ਕੇ ਗਿਆ ਸੀ ਤੇ ਇਹੀ ਕਰੀ ਜਾਂਦਾ। ਉਹਦੇ ਨਾਲ ਫਿਰ ਇਹਦੀ ਕੰਪੇਨ ਦੇ ਵਿੱਚ ਬਹੁਤ ਵੱਡਾ ਇੱਕ ਧੱਕਾ ਲੱਗਿਆ। ਇਹਦੀ ਉਹ ਗੱਲ ਜੈਕਾ ਬਣਿਆ ਨਹੀਂ ਜੋ ਇਹ ਬਣਾਉਣਾ ਚਾਹੁੰਦਾ ਸੀ। ਕਿਉਂਕਿ ਇੱਕ ਦਿਨ ਪਹਿਲਾਂ ਹੀ ਸਾਰੀ ਗੱਲ ਦੱਸ ਦਿੰਦੇ ਸੀ ਵੀ ਕੱਲ੍ਹ ਨੂੰ ਆਊਗਾ ਐਂ ਕਰੂਗਾ, ਜਵਾਕ ਚੱਕੂਗਾ, ਰੋਊਗਾ, ਮਾਂ ਪਿਓ ਬਾਰੇ ਕਹੂਗਾ। ਸਭ ਡਰਾਮੇ ਆਏ ਵੀ ਸਾਡੇ ਕਿੱਧਰ ਵੇ, ਤੁਸੀਂ ਜਾ ਕੇ ਵੇਖੋ 5000 ਮਾਂ ਬੈਠੀ ਹੈ ਇਹਦੀ, ਰੋਈ ਜਾਂਦੀ ਹੈ ਇਹਦੀ ਜਾਨ ਨੂੰ। ਉਹ ਜਦੋਂ ਉਹ ਫਿਰ ਹੌਲੀ ਹੌਲੀ ਇੱਧਰ ਆਪਣੀ ਰਿਸ਼ਤੇਦਾਰੀਆਂ ਹੁੰਦੀਆਂ, ਉਹ ਲੋਕ ਇਸ ਪਾਸੇ ਆਪਣਾ ਪੁੱਛਣ ਲੱਗ ਪਏ, ਇਹ ਦੱਸਣ ਲੱਗ ਪਏ ਵੀ ਗੱਲ ਤਾਂ ਸਹੀ ਆ ਮੁੰਡੇ ਦੀ, ਗੱਲ ਤਾਂ ਕੁਛ ਨਹੀਂ ਕਿਹਾ। ਫਿਰ ਉਸ ਚੀਜ਼ ਨਾਲ ਇਹਦੀ ਕੰਪੇਨ ਨੂੰ ਬਹੁਤ ਸੈਟਬੈਕ ਲੱਗਿਆ। ਉਹੀ ਗੱਲ ਆ ਨਾ ਵੀ ਆ ਬੈਲ ਮੋਜੇ ਮਾਰ, ਕੀ ਲੋੜ ਪਈ ਸੀ ਸਾਨੂੰ ਛੇੜਨ ਦੀ। ਫਿਰ ਤੂੰ ਇੱਥੇ ਮੰਦਾ ਚੰਗਾ ਬੋਲਿਆ, ਬੀਬਾ ਜੀ ਬਾਰੇ ਬੋਲਿਆ, ਕਾਕਾ ਜੀ ਬਾਰੇ ਬੋਲਿਆ। ਇਹ ਕੋਈ ਸਿਆਸੀ ਚੀਜ਼ ਇਹ ਅਲਾਓ ਕਰਦੀ ਹੈ ਜੀ? ਫਿਰ ਇਹ ਨਹੀਂ ਬੋਲਤਾ, ਫਿਰ ਆਪਦੇ ਬਾਰੇ ਮਿਰਚਾਂ ਲੱਗਦੀਆਂ। ਤੁਸੀਂ ਆਪਦੀ ਮਰਿਆਦਾ ਛੱਡੋ ਹੀ ਨਾ ਜੀ, ਉਸ 'ਤੇ ਰਹੋ। ਤੁਸੀਂ ਪਾਰਟੀ ਬਾਰੇ ਜੋ ਮਰਜ਼ੀ ਕਹੀ ਜਾਓ, ਤੁਸੀਂ ਸਾਡੇ 'ਤੇ ਪਰਸਨਲ ਹੋਵੋਗੇ ਤਾਂ ਫਿਰ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਜਿਹੜਾ ਹੋ ਜਾਂਦਾ ਪਰਸਨਲ ਜੀ। ਮੈਂ ਤਾਂ ਨਹੀਂ ਹੁੰਦਾ ਵੀ ਚਲੋ ਉਹ ਜਾਣੇ, ਹੁੰਦਾ ਨਾ ਵੀ ਆਪਣਾ ਉਹ ਜਾਣੇ ਸੁਭਾਅ ਕਰਨ ਵਾਲਾ ਵੀ ਚਲੋ ਯਾਰ ਇਹ ਤਾਂ ਹੈ ਇਹੋ ਜਿਹੇ ਦਫੇ ਕਰੋ। ਉਹ ਨਹੀਂ ਕਰਦਾ ਉਹ ਜਾਣੇ ਜੀ, ਹੁਣ ਕੀ ਕਰੀਏ, ਸੁਭਾਅ ਮੈਥੋਂ ਵੀਰ ਜਾਂਦਾ। ਫਿਰ ਇਹਦਾ ਕੀ ਇਲਾਜ ਆ ਦੱਸੋ ਜੀ? ਬਥੇਰਾ ਸਮਝਾਉਣਾ। ਇਸ ਚੀਜ਼ ਨੂੰ ਲੈ ਕੇ ਕਦੇ ਡਰ ਲੱਗਦਾ ਕਿ ਜੇ, ਜਾਂ ਲੋਕ ਕਹਿੰਦੇ ਵੀ ਅਗਲੀ ਵਾਰ ਬਾਈ ਜੀ ਆ ਗਏ ਤਾਂ ਫਿਰ ਹੋਰ ਨੁਕਸਾਨ ਹੋਊਗਾ, ਇਸ ਤਰ੍ਹਾਂ ਦਾ ਕੁਝ? ਬਾਈ ਜੀ ਡਰੇ ਤਾਂ ਕਦੇ ਜ਼ਿੰਦਗੀ 'ਚ ਹੈ ਹੀ ਨਹੀਂ। ਕੀ ਹੋ ਜੂਗਾ ਜੀ? ਫਿਰ ਉਹ ਬਥੇਰੀ ਪਿਓ ਦਾਦੇ ਦੀ ਹੈਗੀ ਜ਼ਮੀਨ ਜੀ, ਉੱਥੇ ਜਾ ਵੜਾਂਗੇ। ਠੀਕ ਆ ਨਾ ਜੀ? ਮਾੜਾ ਕੰਮ ਕੋਈ ਨਹੀਂ ਕੀਤਾ, ਡਰ ਕੋਈ ਨਹੀਂ, ਗਿਲਾ ਕੋਈ ਨਹੀਂ, 1% ਵੀ ਨਹੀਂ। ਕੋਈ ਜ਼ਿੰਦਗੀ 'ਚ ਕਿਸੇ ਨਾਲ ਧੋਖਾ ਨਹੀਂ ਕੀਤਾ, ਕਰਪਸ਼ਨ ਨਹੀਂ ਕੀਤੀ, ਕੋਈ ਬੁਰਾ ਕੰਮ ਨਹੀਂ ਕੀਤਾ। ਇਸ ਕਰਕੇ ਇਸ ਗੱਲ ਦਾ 1% ਵੀ ਕੋਈ ਮਲਾਲ ਨਹੀਂ, 1% ਵੀ ਜੇ ਕੋਈ 19-21 ਗੱਲ ਹੁੰਦੀ ਹੈ ਜਾਂ ਹਾਰਦੇ ਆ ਕੁਛ ਵੀ ਹੁੰਦਾ, ਕੋਈ ਗੱਲ ਉਹਦੀ ਮਾਲਕ ਦੀ ਮੌਜ ਆ ਜੀ, ਖਬਰ ਇਸੇ 'ਚ ਭਲਾ ਹੋਵੇ।
ਪਿਛਲੀ ਵਾਰ ਹਾਰਨ ਦਾ ਕਾਰਨ ਕੀ ਮੰਨਦੇ ਹੋ? ਸਮੀਖਿਆ ਕੀਤੀ ਇਸ ਚੀਜ਼ ਤੇ? ਹਾਲਾਂਕਿ ਪਾਰਟੀ ਬਹੁਤ ਡਾਊਨ ਚਲੀ ਗਈ ਸੀ, ਗ੍ਰਾਫ ਬਹੁਤ ਡਾਊਨ ਚਲਾ ਗਿਆ ਸੀਗਾ। ਤੁਹਾਡੇ ਹਾਰਨ ਦਾ ਰੀਜ਼ਨ ਕੀ ਸੀਗਾ? ਗਿੱਦੜਬਾਹੇ 'ਚ ਹਾਰੇ, ਸਮੀਖਿਆ ਕੀਤੀ ਹੋਣੀ ਵੀ ਆਹ ਕਾਰਨ ਰਹੇ, ਆਹ ਚੀਜ਼ਾਂ ਸੈੱਟ ਹੋ ਜਾਂਦੀਆਂ ਤਾਂ ਪਹੁੰਚ ਜਾਣਾ ਸੀ ਵਿਧਾਨ ਸਭਾ। ਪਿਛਲੀ ਵਾਰੀ ਵੀ ਅਸੀਂ ਆਪਾਂ ਆਪਣਾ ਹਰਦੇ ਨਹੀਂ ਸੀ। ਪਿਛਲੀ ਵਾਰੀ ਕੀ ਹੋਇਆ ਜੀ, ਲਾਸਟ ਮੂਮੈਂਟ ਤੇ ਜਾ ਕੇ ਜਿਹੜੇ ਇਹਨਾਂ ਨੇ ਗੱਪ ਮਾਰੇ ਨਾ ਜੀ, ਘਰ ਘਰ ਜੌਬ ਦੇਵਾਂਗੇ, ਨੌਕਰੀਆਂ ਦੇਵਾਂਗੇ, ਕਰਜ਼ਾ ਸਾਰਾ ਮਾਫ ਕਰਾਂਗੇ, ਸਮਾਰਟਫੋਨ ਦੇਵਾਂਗੇ, ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਅਸਰ ਪਾਇਆ। ਝੂਠ ਮਾਰ ਕੇ ਇਹਨਾਂ ਨੇ ਕੰਪੇਨ ਸਾਰੀ ਲੁੱਟ ਕੇ ਲੈ ਗਏ, ਔਰ ਉਹਨੂੰ ਅਸੀਂ ਬਿਲਕੁਲ ਇਹਨਾਂ ਨੇ 4 ਦਿਨ ਪਹਿਲਾਂ ਜਾ ਕੇ ਇਹ ਮਤਲਬ ਕਿ ਸਟੰਟ ਖੇਡਿਆ, ਫਾਰਮ ਭਰੇ ਘਰ ਘਰ ਜਾ ਕੇ। ਉਸ ਚੀਜ਼ ਨੂੰ 4 ਦਿਨਾਂ ਤੋਂ ਬਾਅਦ ਫਿਰ ਅਕਾਲੀ ਦਲ ਕੰਟਰੋਲ ਨਹੀਂ ਕਰ ਪਾਇਆ। ਟਾਈਮ ਬੜਾ ਥੋੜਾ ਰਹਿ ਗਿਆ ਸੀ, ਬੜੀ ਪਲੈਨਿੰਗ ਨਾਲ ਇਹਨਾਂ ਨੇ ਗੇਮ ਖੇਡੀ। ਉਹ ਐਕਤੀ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਬਾਈ ਜੀ ਵੀ ਝੂਠ ਤੂਫਾਨ ਸੀ। ਕੁਛ ਸਾਡੇ ਮੰਤਰੀ ਜੀ ਡਰਾਮੇਬਾਜ਼ ਜ਼ਿਆਦੇ ਸੀ। ਇਹਨਾਂ ਨੇ ਕੁਛ ਤਾਂ ਕਾਂਗਰਸ ਪਾਰਟੀ ਬਣੀ ਚੋਣ ਮੈਨੀਫੈਸਟੋ ਇਹ ਆ ਗਿਆ, ਕੁਛ ਗਾਂ ਇਹਨਾਂ ਨੇ 4 ਜੋੜਤੀਆਂ ਵੀ ਤੈਨੂੰ ਮੈਂ ਚੇਅਰਮੈਨ ਲਾ ਦੂੰ, ਤੈਨੂੰ ਮੈਂ ਟਿਕਟ ਦਵਾ ਦੂੰ, ਤੈਨੂੰ ਮੈਂ ਫਲਾਣੇ ਥਾਂ 'ਤੇ ਕਰ ਦੂੰ, ਤੈਨੂੰ ਸਰਪੰਚ ਬਣਾ ਦੂੰ। ਉਹ ਥੋੜ੍ਹਾ ਜਿਹਾ ਬੰਦੇ ਦਾ ਦੇਖੋ, ਪਹਿਲੀ ਵਾਰੀ ਇਹਨਾਂ ਕੋਲੇ ਪਾਵਰ ਆਉਣੀ ਸੀ, ਥੋੜ੍ਹਾ ਜਿਹਾ ਫਿਰ ਫਰਕ ਪੈ ਜਾਂਦਾ। ਲੋਕ ਕੁਛ ਇਹ ਕਹਿ ਗਿਆ ਵੀ ਯਾਰ ਪਹਿਲਾਂ ਮੇਰੇ ਕੋਲੇ ਪਾਵਰ ਨਹੀਂ ਸੀ, ਹੁਣ ਐਕਤੀ ਪਾਵਰ ਆਊਗੀ, ਦੇਖਿਓ। ਇਹ ਸਾਰੀਆਂ ਗੱਲਾਂ ਰਲ ਗਈਆਂ। ਕੁਛ ਸਾਡੇ ਤੇ ਪਾਰਟੀ ਦਾ, ਸਾਡੀ ਦਾ ਗ੍ਰਾਫ ਬਹੁਤ ਡਿੱਗਿਆ ਹੋਇਆ ਸੀ ਉਦੋਂ, ਉਸ ਟਾਈਮ ਦੇ ਦੌਰਾਨ। ਉਹ ਵੀ ਅਸਰ ਇੱਕ ਫੈਕਟਰ ਉਹ ਵੀ ਕਾਊਂਟ ਕਰਦਾ ਸੀ, ਜਿਹੜੀ ਬੇਅਦਬੀ ਹੋਈ ਸੀ। ਪਰ ਉਹ ਹੁਣ ਸਾਰੀਆਂ ਗੱਲਾਂ ਜੀ ਭਾਈ ਸਾਹਿਬ ਉਹ ਆਲਮੋਸਟ ਕਲੀਅਰ ਹੋ ਗਈਆਂ। ਮੇਰੇ ਕੋਲੇ ਲੋਕ ਆ ਕੇ ਗੱਲਾਂ ਕਰਦੇ ਆ ਵੀ ਭਾਈ ਸਾਹਿਬ ਅਸੀਂ ਇਸ ਗੱਲ ਪਿੱਛੇ ਵੋਟ ਨਹੀਂ ਪਾਈ ਵੀ ਬੇਅਦਬੀ ਸੀ, ਪਰ ਹੁਣ ਸਾਨੂੰ ਸਾਰਾ ਲੱਗ ਗਿਆ ਪਤਾ ਵੀ ਇਹ ਸਾਰਾ ਸਿਆਸੀ ਸਟੰਟ ਸੀ, ਇਹਦੇ 'ਚ ਅਕਾਲੀ ਦਲ ਦਾ ਕੋਈ ਰੋਲ ਨਹੀਂ ਸੀ। ਹੁਣ ਉਹੀ ਬੰਦੇ ਆਪਣੇ ਨਾਲ ਰਲੀ ਜਾਂਦੇ ਆ। 2022 'ਚ ਕਿੰਨੀਆਂ ਸੀਟਾਂ ਦੇਖਦੇ ਹੋ ਅਕਾਲੀ ਦਲ ਦੀਆਂ? ਜੋ ਮੇਰਾ ਅਨੁਮਾਨ ਆ ਭਾਈ ਸਾਹਿਬ, 70 ਤੋਂ ਉੱਤੇ ਸੀਟਾਂ ਆਉਣਗੀਆਂ, ਗਰੰਟਡ ਸੀਟਾਂ ਇੰਨੀਆਂ ਆਉਣਗੀਆਂ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਸੀਟਾਂ ਆ ਕਿਵੇਂ ਗਈਆਂ। ਇਹ ਮੇਰੀ ਗਰੰਟੀ ਆ ਜੇ ਨਾ ਆਉਣ। ਕਿਉਂਕਿ ਸਾਡੀ ਜਿਹੜੇ ਦੋ ਕਿਸਮ ਦੇ ਲੋਕ ਆ ਜੀ ਪੰਜਾਬ 'ਚ, ਇੱਕ ਤਾਂ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਆ, ਇੱਕ ਅਕਾਲੀ ਦਲ ਨੂੰ ਨਹੀਂ ਪਿਆਰ ਕਰਨ ਵਾਲੇ। ਜਿਹੜੇ ਤਾਂ ਪਿਆਰ ਕਰਨ ਵਾਲੇ ਆ ਉਹ ਤਾਂ ਠੋਕ ਕੇ ਵੋਟਾਂ ਪਾ ਰਹੇ ਆ। ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਅਕਾਲੀ ਦਲ ਸਹੀ ਆ, ਉਹ ਵੀ ਸਾਡੇ ਨਾਲ ਰਲ ਰਹੇ ਆ। ਸਾਡੀ ਵੋਟ ਤਾਂ ਜਿਹੜੀ ਟੁੱਟਣੀ ਸੀ ਟੁੱਟ ਚੁੱਕੀ ਸੀ, ਹੁਣ ਤਾਂ ਸਾਡੇ ਪਰਿਵਾਰ 'ਚ ਵਾਧਾ ਹੋ ਰਿਹਾ। ਤੇ ਜਿਹੜੇ ਸਾਨੂੰ ਨਹੀਂ ਚਾਹੁੰਦੇ, ਨਹੀਂ ਪਿਆਰ ਕਰਦੇ, ਉਹ ਹੈਗੇ ਜੀ 4 ਜਣੇ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ, ਕਿਸਾਨ ਯੂਨੀਅਨ। 4 ਪਾਰਟੀਆਂ। ਹੁਣ ਤੁਸੀਂ ਹਿਸਾਬ ਲਾ ਲਓ ਵੀ 40% 'ਚ ਅਸੀਂ ਆ ਤੇ 60% 'ਚ 4 ਆ। 40% 'ਚ ਇਕੱਲਾ ਸ਼੍ਰੋਮਣੀ ਅਕਾਲੀ ਦਲ ਆ ਤੇ 60% 'ਚੋਂ 4 ਆ। ਇਸ ਕਰਕੇ ਪਤਾ ਹੀ ਨਹੀਂ ਲੱਗਣਾ ਜੀ ਕਿਹੜੀਆਂ ਸੀਟਾਂ ਕਿਵੇਂ ਨਿਕਲ ਜਾਣਗੀਆਂ। ਕਿਸਾਨ ਯੂਨੀਅਨ ਕਿਉਂ ਨਹੀਂ ਪਿਆਰ ਕਰਦੀ ਤੁਹਾਨੂੰ? ਤੁਸੀਂ ਤਾਂ, ਤੁਹਾਡੀਆਂ ਬੱਸਾਂ ਵੀ ਜਾਂਦੀਆਂ ਰਹੀਆਂ, ਕਹਿੰਦੇ ਧਰਨੇ ਦੇ ਵਿੱਚ ਜਾਂਦੀਆਂ ਰਹੀਆਂ। ਕਿਸਾਨ ਯੂਨੀਅਨ ਫਿਰ ਨਾ ਲੋਕ ਕਹਿਣ ਕਿ ਇਹ ਤਾਂ ਦੇਖ ਲਓ ਅਕਾਲੀ, ਫਿਰ ਜਾ ਕੇ ਧਰਨੇ ਲੱਗ ਜਾਣ। ਜਿੱਦਾਂ ਕਹਿੰਦੇ ਕਿ ਬਾਦਲਾਂ ਦੇ ਗੜ੍ਹ 'ਚੋਂ ਕਹਿੰਦੇ ਕਿ ਧਰਨੇ ਲਾਏ ਅਸੀਂ ਜਾ ਕੇ, ਉਦੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ। ਉਹ ਕਿਉਂ ਨਹੀਂ ਪਿਆਰ ਕਰਦੇ, ਜਿਹੜਾ ਸ਼ਬਦ ਵਰਤਿਆ ਤੁਸੀਂ? ਕਿਸਾਨ ਯੂਨੀਅਨ ਮੈਂ ਇਹ ਨਹੀਂ ਕਿਹਾ ਜੀ ਵੀ ਪਿਆਰ ਨਹੀਂ ਕਰਦੇ, ਮੈਂ ਇਹ ਨਹੀਂ ਕਿਹਾ। ਮੈਂ ਪਾਰਟੀਆਂ ਕਹੀਆਂ 4 ਖੜੀਆਂ ਹੋ ਜਾਂ। ਮੈਂ ਇਹ ਨਹੀਂ ਕਿਹਾ ਵੀ ਸਾਨੂੰ ਪਿਆਰ ਨਹੀਂ ਕਰਦੀ ਕਿਸਾਨ ਯੂਨੀਅਨ। ਮੈਂ ਕਿਹਾ ਜੀ 4 ਪਾਰਟੀਆਂ ਖੜੀਆਂ ਹੋ ਗਈਆਂ, 1 2 3 4, ਉਹਨਾਂ 'ਚ ਇੱਕ ਆਪਣਾ ਕਿਸਾਨ ਯੂਨੀਅਨ ਆ। ਔਰ ਕਿਸਾਨ ਯੂਨੀਅਨ ਸਾਰੇ ਕਿਸਾਨ ਸਾਡੇ ਨਾਲ ਨਹੀਂ ਗੇ। ਕਿਸਾਨ ਕਾਂਗਰਸ ਨਾਲ ਵੀ ਸੀ, ਕਿਸਾਨ ਆਮ ਆਦਮੀ ਨਾਲ ਵੀ ਸੀ, ਬੀਜੇਪੀ ਨਾਲ ਤਾਂ ਹੋਣੇ ਕੀ ਸੀ। ਹੁਣ ਉਹ ਕਿਸਾਨ ਤਾਂ ਕਿਸਾਨ ਯੂਨੀਅਨ ਨੂੰ ਵੋਟ ਪਾਉਣਗੇ ਨਾ। ਜਿਹੜੇ ਸਾਡੇ ਵਾਲੇ ਆ ਉਹ ਤਾਂ ਸਾਨੂੰ ਪਾ ਜਾਣਗੇ, ਜਿਹੜੇ ਦੂਜੇ ਆ ਉਹ ਤਾਂ ਪਾਉਣਗੇ ਨਾ। ਉਹਦੇ 'ਚ ਸਾਡਾ ਫਾਇਦਾ ਹੋਊਗਾ ਜੀ, ਇਹਨਾਂ ਦਾ ਨਹੀਂ ਹੋਣਾ। ਇਹ ਕਹਿਣਾ ਦਾਅਵਾ ਕੀਤਾ ਜਾ ਰਿਹਾ। ਅਖੀਰਲਾ ਸਵਾਲ ਹੈ ਮੇਰਾ, ਆਮ ਆਦਮੀ ਪਾਰਟੀ ਵੀ ਕਹਿੰਦੀ ਅਸੀਂ ਸਰਕਾਰ ਬਣਾ ਰਹੇ ਹਾਂ, ਕਾਂਗਰਸ ਵੀ ਕਹਿ ਰਹੀ ਅਸੀਂ ਤਾਂ ਰਿਪੀਟ ਕਰ ਰਹੇ ਕਹਿੰਦੇ, ਔਰ ਪਰ ਆਪ ਕਹਿ ਰਹੀ ਹੈ ਕਿ ਅਸੀਂ ਤਾਂ ਬਹੁਤ ਵੱਡੇ ਮਾਰਜਨ ਦੇ ਨਾਲ ਲੀਡ ਲੈ ਕੇ ਜਾਵਾਂਗੇ। ਅਕਾਲੀ ਦਲ ਨੂੰ ਕਹਿੰਦੇ ਕਿ ਤੀਸਰੇ ਨੰਬਰ ਤੇ ਹੈ। ਦੇਖੋ ਮੈਂ ਬਾਹਲਾ ਛੋਟੀ ਮੂੰਹ ਬੜੀ ਬਾਤ। 10 ਮਾਰਚ ਨੂੰ 12 ਵਜੇ ਗੱਲ ਕਰਿਓ ਮੇਰੇ ਨਾਲ, ਫਿਰ ਪੁੱਛੂੰ ਵੀ ਕਿਹੜਾ ਵੱਧ ਲੈ ਕੇ ਜਾਂਦਾ। ਇਹ ਜਿਹੜੇ ਇਹਨਾਂ ਦੀਆਂ ਕੈਲਕੂਲੇਸ਼ਨਸ ਆ ਨਾ ਭਾਈ ਸਾਹਿਬ, ਸਾਰੀਆਂ ਫੇਲ ਹੋਣਗੀਆਂ। ਮੇਰੀ ਅੱਜ ਦੀ ਗੱਲ ਯਾਦ ਰੱਖਿਓ ਤੁਸੀਂ, ਟੋਟਲ ਫੇਲ ਹੋਣਗੀਆਂ। ਤੁਸੀਂ ਇਹੀ ਅੱਜ 13 ਤਰੀਕ ਆ, ਮਾਘੀ ਵਾਲਾ ਦਿਨ ਆ, ਲੋਹੜੀ ਵਾਲਾ ਦਿਨ ਆ, ਤੁਸੀਂ 25 ਜਨਵਰੀ ਨੂੰ ਮੇਰੇ ਕੋਲੇ ਆ ਜਾਓ, ਤੁਹਾਨੂੰ ਇਹੀ ਰਿਜ਼ਲਟ ਡਿਫਰੈਂਟ ਮਿਲਣਗੇ। ਇੰਨਾ ਕੁ ਚੇਂਜ ਆ ਜਾਣਾ। ਅਸਲ ਗੇਮ ਤਾਂ ਉਦੋਂ ਸਟਾਰਟ ਹੋਣੀ ਹੈ ਨਾ ਜੀ ਜਦੋਂ ਕਾਂਗਰਸ ਦੇ ਕੈਂਡੀਡੇਟ ਆ ਗਏ। ਤੁਸੀਂ ਫੇਰ ਵੇਖਿਓ ਕਿਵੇਂ ਪਾਸੇ ਪਲਟਦੇ ਆ। ਉਹ ਕਦੋਂ ਆ ਰਹੇ? ਸ਼ਾਇਦ ਅੱਜ ਹੀ ਆ ਜਾਣ, ਮੇਬੀ। ਉਦੋਂ ਬਾਅਦ ਹੀ ਗੇਮ ਸਟਾਰਟ ਹੋਣੀ ਹੈ ਨਾ। ਅਸਲ ਤਾਂ ਹਜੇ ਤਾਂ ਅਸੀਂ ਇਕੱਲੇ ਖੇਡ ਰਹੇ ਹਾਂ। ਧੰਨਵਾਦ ਹਾਂਜੀ ਸਰ।
ਅਕਾਲੀ ਦਲ ਦੇ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਡੇ ਨਾਲ ਸਨ। ਬਹੁਤ ਖੁੱਲ੍ਹ ਕੇ ਗੱਲਾਂ ਹੋਈਆਂ ਨੇ। ਰਾਜਾ ਵੜਿੰਗ ਹੋਣਾ ਦੇ ਨਾਲ 36 ਦਾ ਆંકੜਾ ਹੈ ਔਰ ਇਹ ਆંકੜਾ 36 ਦਾ ਤਬਦੀਲ ਕਦੋਂ ਹੋਇਆ? ਪਹਿਲਾਂ ਤਾਂ ਠੀਕ ਠਾਕ ਸੀ ਮਾਹੌਲ, ਪਰ ਲੜਾਈ ਕਦੋਂ ਵਧੀ, ਸਿਆਸੀ ਤੋਂ ਨਿੱਜੀ ਲੜਾਈ ਕਦੋਂ ਹੋਈ, ਔਰ ਇਹ ਸਾਰੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਨੇ। ਤੇ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਲਦੀ ਹੀ ਕਈ ਕਾਂਗਰਸੀ ਚਿਹਰੇ ਸ਼ਾਮਲ ਕਰਵਾ ਰਹੇ ਨੇ ਅਕਾਲੀ ਦਲ ਦੇ ਵਿੱਚ, ਤੇ ਨਾਲ ਹੀ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਕਾਲੀ ਦਲ 70 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣਾਉਣ ਜਾ ਰਹੀ ਹੈ।